स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਸਾਕਾ ਨੀਲਾ ਤਾਰਾ ਉਹ ਦੁਕਾਨ ਜਿਸ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕੇਗਾ। ਨਾ ਸਿਰਫ ਸਿੱਖ ਭਾਈਚਾਰੇ ਵੱਲੋਂ ਬਲਕਿ ਇਨਸਾਫ ਪਸੰਦ ਦੁਨੀਆ ਦੇ ਕਿਸੇ ਵੀ ਭਾਈਚਾਰੇ ਦੇ ਵਿੱਚ ਰਹਿੰਦੇ ਲੋਕ ਉਸ ਸਾਕੇ ਨੂੰ ਕਦੇ ਭੁਲਾ ਨਹੀਂ ਸਕਣਗੇ। 35 ਸਾਲ ਬੀਤ ਚੁੱਕੇ ਨੇ ਪਰ ਹਲੇ ਵੀ ਬੜਾ ਕੁਝ ਅਜਿਹਾ ਲੁਕਿਆ ਛਿਪਿਆ ਜਿਹੜਾ ਸਾਫ਼ ਨਹੀਂ ਹੋ ਸਕਿਆ ਕਿ ਵਾਕਈ 1984 ਦਾ ਜਿਹੜਾ ਇਹ ਸਾਕਾ ਨੀਲਾ ਤਾਰਾ ਇਸ ਨੂੰ ਟਾਲਿਆ ਜਾ ਸਕਦਾ ਸੀ ਜਾਂ ਮਜਬੂਰੀ ਸੀ ਸਰਕਾਰ ਦੀ ਇਹ ਕਰਨਾ ਹੀ ਪੈਣਾ ਸੀਗਾ। ਇਸ ਦੇ ਵਿੱਚ ਕਿਹੜੀਆਂ ਤਰ੍ਹਾਂ ਸ਼ਾਮਲ ਸਨ, ਕਿਹੜੀਆਂ ਤਰ੍ਹਾਂ ਦਾ ਵੱਡਾ ਹੱਥ ਸੀਗਾ ਔਰ ਉਸ ਵਕਤ ਸਰਕਾਰ ਪੰਜਾਬ ਸਰਕਾਰ ਦਾ ਕੀ ਰੋਲ ਸੀਗਾ, ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਸੀਗਾ ਔਰ ਕੀ ਵਾਕਈ ਅਜਿਹੇ ਹਾਲਾਤ ਬਣ ਗਏ ਸਨ ਕਿ ਗੱਲ ਟੇਬਲ ਤੇ ਨਹੀਂ ਹੋ ਸਕਦੀ ਸੀ, ਗੱਲ ਅਮਨ ਸ਼ਾਂਤੀ ਦੇ ਨਾਲ ਨਹੀਂ ਹੋ ਸਕਦੀ ਸੀ, ਹਥਿਆਰ ਚੁੱਕਣੇ ਹੀ ਪੈਣੇ ਸਨ। ਅਜਿਹਾ ਕੀ ਹੋਇਆ ਕਿ ਆਪਣੇ ਮੁਲਕ ਦੀ ਹੀ ਫੌਜ ਨੂੰ ਕਿਸੇ ਧਾਰਮਿਕ ਸਥਾਨ ਤੇ ਟੈਂਕ ਚਾੜਨੇ ਪਏ, ਆਪਣੇ ਹੀ ਮੁਲਕ ਦੀ ਫੌਜ ਨੂੰ ਆਪਣੇ ਹੀ ਬੰਦਿਆਂ ਨੂੰ ਧਰਾਸ਼ਾਹੀ ਕਰਨਾ ਪਿਆ, ਮਾਰਨਾ ਪਿਆ, ਧਾਰਮਿਕ ਰੌਰੀਤਾਂ ਨੂੰ ਤਾਰ-ਤਾਰ ਕਰਨਾ ਪਿਆ। ਅਜਿਹੀਆਂ ਬੜੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਰਹਿ ਕੇ ਹਾਲੇ ਵੀ ਟੀਸ ਬਣ ਕੇ ਉੱਠਦੀਆਂ ਨੇ ਕਿ ਕਾਸ਼ ਅਜਿਹਾ ਨਾ ਹੋਇਆ ਹੁੰਦਾ ਤਾਂ ਆਪਰੇਸ਼ਨ ਬਲੂ ਸਟਾਰ ਦੀ ਸੱਚਾਈ ਕਿਉਂ ਨਹੀਂ ਹਾਲੇ ਤੱਕ ਸਾਹਮਣੇ ਆਈ। ट्रुथ कमीशन की भी मंग उठी है हुण कि घट्टो घट्ट ये पता चल सके कि उस वक्त जिम्मेवार कौन सीगा इस सब दे लई। उस तो बाद किसी भी तरह की कोई माफ़ी नहीं, उस तो बाद किसी भी तरह की कोई गलती की गल नहीं हुई और हुण जरूर कुछ धार्मिक जथेबंदियां ने मंग चुकी है कि केंद्र सरकार माफ़ी मंगे ऑपरेशन ब्लू स्टार लई, साका नीला तारा लई, क्योंकि कई मजलूम भी मारे गए इस पूरे साके नीले तारे दे विच। और वड्डी गल ये है, वड्डा दुखांत ये है कि सिर्फ ऑपरेशन ब्लू स्टार दे विच अकाल तख्त साहब या श्री दरबार साहब नूं निशाना नहीं बनाया गया। तकरीबन 30 तो 35 गुरुद्वारा साहिबान पूरे पंजाब दे विच सन, उन्हां नूं निशाना बनाया गया। जे गल सिर्फ ये कहंदे हो कि गरम ख्याली अकाल तख्त साहब ते मौजूद सन, उन्होंने बाहर कढ़ना जरूरी सी, तो बाकी गुरुद्वारिਆਂ ਦੇ ਵਿੱਚ ਕਿਹੜੇ ਗਰਮ ਖਿਆਲੀ ਸਨ ਜਿੱਥੇ ਹਮਲਾ ਕੀਤਾ ਗਿਆ। बड़े सारे अजिहे सवाल ने। दो अहम शख्सियतां ਅੱਜ ਸਾਡੇ ਨਾਲ ਜੁੜ ਰਹੀਆਂ ਨੇ ਜਿਨ੍ਹਾਂ ਨੇ बड़े ਨੇੜਿਓਂ ਹੋ ਕੇ इस सारे दुखांत ਨੂੰ ਦੇਖਿਆ। सब तो पहला ਸਾਡੇ ਨਾਲ रमेश चंद्र सिंह जी मौजूद ने, साबका मुख ਸਕੱਤਰ ने पंजाब के। बहुत बहुत स्वागत है रमेश चंद्र सिंह जी। और रमेश चंद्र सिंह जी बारे थोड़ी जानकारी दे दी। उस वक्त डिप्टी कमिश्नर ਅੰਮ੍ਰਿਤਸਰ ਦੇ रमेश चंद्र सिंह जी रहे ने, सो इस ਲਈ ਇਹਨਾਂ ਤੋਂ ਵੱਧ ਨੇੜੇ ਤੋਂ ਹੋ ਕੇ ਇਸ ਸਾਰੀ ਪ੍ਰਕਿਰਿਆ ਨੂੰ ਮੈਨੂੰ ਲੱਗਦਾ ਨਹੀਂ ਕਿ ਕੋਈ ਕਿਸੇ ਹੋਰ ਨੇ ਦੇਖਿਆ ਹੋਣਾ। ਸਾਡੇ ਨਾਲ ਹਰਚਰਨ ਸਿੰਘ ਜੀ ਮੌਜੂਦ ਨੇ, ਸੀਨੀਅਰ ਪੱਤਰਕਾਰ ਨੇ, ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਰਹੇ ਨੇ। ਬੜਾ ਹੀ ਇਹਨਾਂ ਨੇ ਵੀ ਨੇੜਿਓਂ ਹੋ ਕੇ ਸਾਰੀਆਂ ਚੀਜ਼ਾਂ ਨੂੰ ਦੇਖਿਆ। ਇਹਨਾਂ ਨੇ ਬਹੁਤ ਲੋਕਾਂ ਦੇ ਨਾਲ ਇੰਟਰਵਿਊਜ਼ ਕੀਤੀਆਂ ਨੇ। ਇਹਨਾਂ ਨੇ ਆਪਣੀ ਕਿਤਾਬ ਹੁਣੇ ਲਿਖੀ ਹੈ ਮੂੰਹੋਂ ਬੋਲਦਾ ਇਤਿਹਾਸ ਪੰਜਾਬ ਦਾ ਦੁਖਾਂਤ, ਜਿਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਲਿਖਿਆ ਪਿਆ। ਜਦੋਂ ਪੜ੍ਹੋਗੇ ਤਾਂ ਤੁਹਾਡੀ ਅੱਖਾਂ ਦੇ ਵਿੱਚੋਂ ਆਪਣੇ ਆਪ ਹੰਝੂ ਵਗ ਜਾਣਗੇ ਕਿ ਉਸ ਵਕਤ ਕਿੰਨੀ ਤਰਾਸਦੀ ਹੋਈ ਸੀ, ਕਿੱਡਾ ਵੱਡਾ ਸਾਕਾ ਹੋਇਆ ਸੀਗਾ ਔਰ ਜਿਹਦੀ ਹਾਲੇ ਤੱਕ ਕੋਈ ਗੱਲ ਹੀ ਨਹੀਂ ਕਰਦਾ ਕਿ ਇਸ ਦੇ ਪਿੱਛੇ ਜ਼ਿੰਮੇਵਾਰ ਕੌਣ ਸੀਗਾ। ਸਭ ਤੋਂ ਪਹਿਲਾਂ ਮੈਂ ਰਮੇਸ਼ ਚੰਦਰ ਸਿੰਘ ਜੀ ਤੁਹਾਡੇ ਨਾਲ ਇੱਕ ਸਵਾਲ ਕਰਾਂਗਾ, ਕਿਉਂਕਿ ਵਾਰ-ਵਾਰ ਇਹ ਸਵਾਲ ਸੋਸ਼ਲ ਮੀਡੀਆ ਦੇ ਵਿੱਚ ਵੀ ਚੁੱਕਿਆ ਜਾਂਦਾ ਕਿ ਰਮੇਸ਼ ਚੰਦਰ ਸਿੰਘ ਉਸ ਵਕਤ ਡਿਪਟੀ ਕਮਿਸ਼ਨਰ ਸੀ ਅੰਮ੍ਰਿਤਸਰ ਦੇ ਔਰ ਰਮੇਸ਼ ਚੰਦਰ ਸਿੰਘ ਨੇ ਹੀ ਸਾਈਨ ਕੀਤੇ ਸਨ ਕਿ ਆਰਮੀ ਨੂੰ ਇਜਾਜ਼ਤ ਦਿੱਤੀ ਜਾਵੇ ਦਰਬਾਰ ਸਾਹਿਬ ਤੇ ਅਟੈਕ ਕਰਨ ਦੀ। इस गल सच्चाई है? नहीं जी, ये बिल्कुल गलत है। सच्चाई ये है कि उस समय पंजाब जो सी उहदे ते केंद्री प्रशासन सी, गवर्नर रूल सीगा और 2 जून नूं BD पांडे जो उस समय दे गवर्नर सीगे उन्हां नूं दिल्ली तो वापस वो आए जी और आके उन्होंने उस समय दे मुख सकੱਤਰ KD वासुदेवा जी ते गृह ਸਕੱਤਰ श्री अमरीक सिंह पुनी जी नूं राज भवन दे विच बुलाया शाम नूं और उत्थे उन्होंने दसिया कि गवर्नमेंट ने फैसला कर लिया कि आर्मी नूं हैंडओवर करना पंजाब, तुसीं एक चिट्ठी फॉर्मल जिहड़ी हैगी है वो इशू करो। किहनूं किहा गया है? अमरीक सिंह पुनी ते वासुदेवा मुख ਸਕੱਤਰ नूं जी जी। तो दोनों की राय ये सी कि फौज की लोड़ नहीं हैगी है, पर क्योंकि ये गवर्नर साहब ने दिल्ली का डिसीजन उन्होंने कन्वे किया तो इस करके उत्थे राज भवन दे विच बैठ के ही वो चिट्ठी नूं ड्राफ्ट किया गया। सर अमरीक सिंह पुनी ने रिलैक्टेंटली जो सी वो चिट्ठी ते दस्तखत कीते। राज भवन दे विच ही उस समय दे GOC वैसटर्न कमांड लैफ्टिनेंट जनरल सुंदर जी नूं जो सी इनवाइट किया होया सीगा, उन्हां नूं वो चिट्ठी हैंडओवर ਕੀਤੀ ਗਈ। ਅਸੀਂ ਇਹ ਕਹਿ ਸਕਦੇ ਕਿ ਚਿੱਠੀ ਸਿਰਫ ਇੱਕ ਤਰ੍ਹਾਂ ਦਾ ਰਬੜ ਦੀ ਸਟੈਂਪ ਹੀ ਸੀ ਉਹ ਜਿਹੜੇ ਰਾਜ ਭਵਨ ਦੇ ਵਿੱਚ ਬੈਠੇ ਸੀ। ਡਰਾਫਟ ਜਿਹੜੀ ਕਰਨੀ ਹੈ ਔਰ ਕੀ ਕਰਨਾ ਇਹ ਸਭ ਕੁਝ ਦਿੱਲੀ ਤੋਂ ਹੋਇਆ। ਡਿਸੀਜਨ ਤੇ ਜਿਹੜਾ ਹੈਗਾ ਉਹ ਗਵਰਨਰ ਸਾਹਿਬ ਨੇ ਕਨਵੇ ਕਰ ਦਿੱਤਾ ਸੀਗਾ ਉਹਨਾਂ ਨੂੰ ਵੀ ਆਹ ਫੈਸਲਾ ਹੈ, ਡਾਇਰੈਕਸ਼ਨ ਹੈ, ਉਹਨੂੰ ਐਗਜ਼ੀਕਿਊਟ ਤੇ ਨੈਚੁਰਲੀ ਆਫੀਸਰਸ ਨਹੀਂ ਕਰਨਾ ਸੀ ਨਾ ਜੀ। ਉਸ ਸਮੇਂ ਦੇ ਮੁੱਖ ਸਕੱਤਰ ਤੇ ਗ੍ਰਹਿ ਸਕੱਤਰ ਨੇ, तो ਗ੍ਰਹਿ ਸਕੱਤਰ ਨੇ ਰਿਲੈਕਟੈਂਟਲੀ ਜਿਹੜੇ ਹੈਗੇ ਨੇ, ਜੋ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਸਰ ਅਮਰੀਕ ਸਿੰਘ ਪੁਨੀ ਨਾਲ, ਵਾਸੂਦੇਵਾ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹ ਇਸ ਟਾਈਮ ਵੀ ਹੈਗੇ ਨੇਗੇ 87 ਦੇ ਕਰੀਬ ਉਹਨਾਂ ਦੀ ਉਮਰ ਹੈ। तो उन्होंने सारिया ने यही दसिया कि असी नहीं सी इस राय दे के आर्मी नूं बुलाया जाए, लेकिन क्योंकि सरकार का डिसीजन सीगा और उन्होंने कन्वे होया और उन्होंने उस गवर्नमेंट की डायरैक्शन नूं मनते हुए
ਉਹ ਚਿੱਠੀ ਇਸ਼ੂ ਕੀਤੀ ਔਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਫੌਜ ਆ ਗਈ। ਤੁਸੀਂ ਜਿਸ ਤਰ੍ਹਾਂ ਇੰਟਰੋਡਕਟਰੀ ਆਪਣੇ ਰਿਮਾਰਕਸ ਦੇ ਵਿੱਚ ਦੱਸਿਆ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਸਿਰਫ ਇਕੱਲਾ ਗੁਰਦੁਆਰਾ ਸਾਹਿਬ ਨਹੀਂ ਸੀ ਜਿੱਥੇ ਫੌਜ ਨੇ ਜੋ ਹੈ ਆਪਰੇਸ਼ਨ ਕਾਰਵਾਈ ਕੀਤੀ। ਇਹ ਲਗਭਗ 35-38 ਗੁਰਦੁਆਰਾ ਸਾਹਿਬ ਜਿਹਦੇ 3 ਤਖਤ ਆ ਜਾਂਦੇ ਨੇ, ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਇਸ ਤੋਂ ਇਲਾਵਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਜਿੱਥੇ ਗੋਲੀ ਵੀ ਚੱਲੀ, ਐਕਸਚੇਂਜ ਆਫ ਫਾਇਰ ਹੋਇਆ, ਮੌਤਾਂ ਹੋਈਆਂ, ਭੱਠਾ ਸਾਹਿਬ ਰੋਪੜ, ਮੁਕਤਸਰ, ਕਈ ਮਤਲਬ ਗੁਰਦੁਆਰੇ 'ਤੇ ਐਕਸ਼ਨ ਹੋਏ। ਕਿਸੇ ਵੱਖ-ਵੱਖ ਜ਼ਿਲ੍ਹਿਆਂ 'ਚ ਨੇ, ਅੰਮ੍ਰਿਤਸਰ ਜ਼ਿਲ੍ਹੇ ਦੇ ਤਾਂ ਹਿੱਸਾ ਨਹੀਂ ਹੈਗੇ ਸਾਰੇ। ਨਹੀਂ, ਮੈਂ ਕਲੀਅਰ ਕਰਦਾ, ਮੈਂ ਉਹੀ ਰੋਲ ਤੁਹਾਨੂੰ ਅਰਜ਼ ਕਰ ਰਿਹਾ ਕਿ ਕਿਸੇ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਆਰਮੀ ਰੈਕੁਜੀਸ਼ਨ ਨਹੀਂ ਕੀਤੀ। ਜੋ ਅੰਬ੍ਰੈਲਾ ਆਰਡਰ ਜੋ ਹੈ ਹੋਮ ਸੈਕਟਰੀ ਸਾਹਿਬ ਵੱਲੋਂ ਇਸ਼ੂ ਹੋਇਆ ਸਾਰੇ ਪੰਜਾਬ ਦੇ, ਉਸ ਦੇ ਤਹਿਤ ਹੀ ਜੋ ਹੈ ਉਹ ਸਾਰੀ ਕਾਰਵਾਈ ਹੋਈ। ਨਹੀਂ, ਪਰ ਇਹ ਇੱਕ ਬੜੀ ਚੀਜ਼ ਦੇਖਣ ਵਾਲੀ ਹੈ। ਤੁਹਾਡੀ ਅੰਮ੍ਰਿਤਸਰ ਦੇ ਵਿੱਚ ਪੋਸਟਿੰਗ ਕਿਹੜੀ ਤਰੀਕ ਨੂੰ ਹੋਈ ਸੀ? 4 ਜੂਨ 1984 ਜੇ ਮੈਂ ਗਲਤ ਨਹੀਂ ਹਾਂ। ਹਾਂਜੀ, ਮੈਂ ਉਹਦੀ ਥੋੜੀ ਫਿਰ ਉਸੇ ਦਿਨ ਹੀ ਇਹ ਸਭ ਕੁਝ ਹੋਇਆ। ਮੈਂ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੇ ਦਿਆਂ ਜੀ ਕਿ ਸਰਦਾਰ ਗੁਰਦੇਵ ਸਿੰਘ ਬਰਾੜ ਬੜੇ ਚੰਗੇ ਅਫਸਰ ਨੇ, ਦਲੇਰ ਅਫਸਰ ਨੇ। ਉਹ ਡੀਸੀ ਗੁਰਦਾਸਪੁਰ ਸੀ, ਉਸ ਤੋਂ ਬਾਅਦ ਉਹਨਾਂ ਨੂੰ ਡੀਸੀ ਅੰਮ੍ਰਿਤਸਰ ਲਾਇਆ ਗਿਆ। ਉਹਨਾਂ ਦਾ ਬੇਟਾ ਅਮਰੀਕਾ ਦੇ ਵਿੱਚ ਰਹਿੰਦਾ ਹੈ। ਅਪ੍ਰੈਲ 1984 'ਚ ਉਹਨਾਂ ਨੇ ਛੁੱਟੀ ਜਾਣ ਲਈ ਐਕਸਡੀਆ ਲੀਵ ਅਮਰੀਕਾ ਅਪਲਾਈ ਕੀਤਾ। ਮਈ 'ਚ ਉਹਨਾਂ ਦੀ ਛੁੱਟੀ ਸੈਂਕਸ਼ਨ ਹੋ ਗਈ। 8 ਜੂਨ ਦੀਆਂ ਉਹਨਾਂ ਦੀਆਂ ਟਿਕਟਾਂ ਬੁੱਕ ਸੀਗੀਆਂ ਦਿੱਲੀ ਤੋਂ ਵਾਇਆ ਲੰਡਨ ਅਮਰੀਕਾ ਜਾਣ ਦੇ ਲਈ। ਮਈ ਦੇ ਮਹੀਨੇ 'ਚ ਮੈਨੂੰ ਵਾਸੂਦੇਵਾ ਸਾਹਿਬ ਨੇ ਬੁਲਾ ਕੇ ਸਾਊਂਡ ਕੀਤਾ ਕਿ ਤੁਹਾਨੂੰ ਅਸੀਂ ਇਸ ਛੁੱਟੀ ਦੇ ਦੌਰਾਨ ਅੰਮ੍ਰਿਤਸਰ ਭੇਜਣਾ ਚਾਹੁੰਦੇ ਹਾਂ, ਲਗਾਉਣਾ ਚਾਹੁੰਦੇ ਹਾਂ। ਮੇਰੀ ਬਰਾੜ ਸਾਹਿਬ ਨਾਲ ਗੱਲ ਹੋ ਗਈ ਸੀ, ਸਾਡਾ ਫੈਸਲਾ ਹੋ ਗਿਆ ਸੀ ਆਪਸ ਗੱਲਬਾਤ ਕਰਕੇ ਕਿ 4 ਜੂਨ ਦੇ ਕਰੀਬ ਮੈਂ ਆ ਕੇ ਚਾਰਜ ਲੈ ਲਾਂ, ਕਿਉਂਕਿ ਉਹਨਾਂ ਨੇ ਤਿਆਰੀ ਕਰਨੀ ਸੀ 2-3 ਦਿਨ ਜਿਹੜੀ ਹੈਗੀ ਦਿੱਲੀ ਜਾਣ ਦੀ। ਤੋ ਇਹ ਜੋ ਕਹਿਣਾ ਕਿ ਸਡਨਲੀ ਬਰਾੜ ਸਾਹਿਬ ਨੂੰ ਬਦਲਤਾ ਜਾਂ ਸਡਨਲੀ ਬਰਾੜ ਸਾਹਿਬ ਛੁੱਟੀ ਚਲੇ ਗਏ, ਇਹ ਗਲਤ ਹੈ, ਰਿਕਾਰਡ ਦੇ ਉਲਟ ਹੈ। ਅੱਛਾ, ਇਹ ਨਾਲ ਇੱਕ ਹੋਰ ਗੱਲ ਵੀ ਜੋੜੀ ਜਾਂਦੀ ਹੈ ਕਿ ਬਰਾੜ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ, ਇਸ ਕਰਕੇ ਤੁਹਾਨੂੰ ਬੁਲਾਉਂਦਾ ਗਿਆ, ਹੈਲੀਕਾਪਟਰ ਦੀ ਸੁਵਿਧਾ ਦਿੱਤੀ ਗਈ, ਤੁਹਾਨੂੰ ਬੁਲਾਇਆ ਗਿਆ, ਤੁਹਾਡੇ ਤੋਂ ਸਾਈਨ ਕਰਾਏ ਗਏ, ਉਸ ਤੋਂ ਬਾਅਦ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਬਿਲਕੁਲ ਗਲਤ ਹੈ ਜੀ। ਨਾ ਬਰਾੜ ਸਾਹਿਬ ਨੂੰ ਕਿਸੇ ਨੇ ਕਿਹਾ ਵੀ ਫੌਜ ਬੁਲਾਉਣ ਦੇ ਦਸਤਖਤ ਕਰੋ, ਨਾ ਉਹਨਾਂ ਨੇ ਇਨਕਾਰ ਕੀਤਾ। ਉਹ ਤਾਂ ਮੌਕਾ ਹੀ ਨਹੀਂ ਆਇਆ, ਕਿਉਂਕਿ ਫੌਜ ਬੁਲਾਉਣ ਦੇ ਆਰਡਰ ਤੇ ਸਟੇਟ ਗਵਰਨਮੈਂਟ ਵੱਲੋਂ ਇਸ਼ੂ ਹੋ ਚੁੱਕੇ ਸਨ। 3 ਤਰੀਕ ਨੂੰ ਮੈਂ ਅੰਮ੍ਰਿਤਸਰ ਪਹੁੰਚ ਗਿਆ ਤੇ 4 ਤਰੀਕ ਨੂੰ ਸਵੇਰ, 3 ਤਰੀਕ ਨੂੰ ਰਾਤ ਨੂੰ ਕਰਫਿਊ ਲੱਗ ਚੁੱਕਿਆ ਸੀ ਸਾਰੇ ਪੰਜਾਬ 'ਚ। ਉਸ ਤੋਂ ਪਹਿਲਾਂ ਬਰਾੜ ਸਾਹਿਬ ਨੇ ਹੀ ਸਵੇਰ 11 ਵਜੇ ਦਰਬਾਰ ਸਾਹਿਬ ਦੇ ਇਰਦ ਗਿਰਦ ਦੇ ਇਲਾਕੇ, ਜਿਹਨੂੰ ਵਾਲਡ ਸਿਟੀ ਕਹਿੰਦੇ ਆ ਅਸੀਂ, ਉਸ ਦੇ ਉੱਤੇ ਕਰਫਿਊ ਲਾ ਦਿੱਤਾ ਸੀ। ਤੁਹਾਨੂੰ ਯਾਦ ਹੋਏਗਾ ਕਿ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ, ਸੰਗਤਾਂ ਬੜੀਆਂ ਆਈਆਂ ਹੋਈਆਂ ਸੀ। ਗੁਰਦੇਵ ਸਿੰਘ ਬਰਾੜ ਜੀ ਨੇ ਵੀ ਬੜਾ ਰਿਲੈਕਟੈਂਟਲੀ ਆਰਡਰ ਪਾਸ ਕੀਤਾ, ਕਿਉਂਕਿ ਉਹਨਾਂ ਨੂੰ ਵੀ ਸਟੇਟ ਗਵਰਨਮੈਂਟ ਵੱਲੋਂ ਡਾਇਰੈਕਸ਼ਨ ਕੀਤੀ ਗਈ ਕਿ ਤੁਸੀਂ 11 ਵਜੇ 3 ਤਰੀਕ ਤੋਂ ਆਰਡਰ ਕਰ ਦਿਓ ਕਰਫਿਊ ਦੇ। ਠੀਕ ਹੈ, ਮੈਂ ਵਾਪਸ ਤੁਹਾਡੇ ਕੋਲ ਆਉਣਾ। ਹਰਚਰਨ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਹਰਚਰਨ ਸਿੰਘ ਜੀ, ਇੱਕ ਮਨ ਦੇ ਵਿੱਚ ਟੀਸ ਵਾਰ-ਵਾਰ ਉੱਠਦੀ ਹੈ, ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਵਾਕਈ ਇਸ ਦੁਖਾਂਤ ਨੂੰ ਟਾਲਿਆ ਨਹੀਂ ਜਾ ਸਕਦਾ ਸੀ, ਸਾਕਾ ਨੀਲਾ ਤਾਰਾ ਨੂੰ ਟਾਲਿਆ ਨਹੀਂ ਜਾ ਸਕਦਾ ਸੀ, ਕੋਈ ਰਾਹ ਹੋਰ ਨਹੀਂ ਬਚਿਆ ਸੀ। ਅੰਤ ਦੇ ਵਿੱਚ ਆ ਕੇ ਹੀ ਸਰਕਾਰ ਨੇ ਇਹ ਫੈਸਲਾ ਲਿਆ, ਜਾਂ ਕੋਈ ਹੋਰ ਉਪਰਾਲੇ ਬਾਰੇ ਸੋਚੇ ਨਹੀਂ, ਗੱਲਬਾਤ ਬਾਰੇ ਸੋਚੇ ਹੀ ਨਹੀਂ, ਇਸ ਨੂੰ ਅੰਜਾਮ ਦੇ ਦਿੱਤਾ? ਹਰਚਰਨ ਸਿੰਘ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਇੱਕ ਵਾਰ ਰਿਪੀਟ ਕਰ ਦਿਓ ਆਪਣੇ ਕੁਐਸਚਨ ਨੂੰ ਜੀ। ਹਰਚਰਨ ਸਿੰਘ ਜੀ, ਮੇਰਾ ਸਵਾਲ ਇਹ ਹੈ ਕਿ ਸਿੱਖ ਮਨਾਂ ਦੇ ਵਿੱਚ ਵਾਰ-ਵਾਰ ਇਹ ਟੀਸ ਉੱਠਦੀ ਹੈ ਔਰ ਸਵਾਲ ਵੀ ਉੱਠਦਾ ਹੈ ਕਿ ਸਾਕਾ ਨੀਲਾ ਤਾਰਾ ਹੀ ਇੱਕ ਆਖਰੀ ਵਿਕਲਪ ਸੀਗਾ, ਇੱਕ ਆਖਰੀ ਹੀ ਆਪਸ਼ਨ ਸੀ ਕਿ ਸਰਕਾਰ ਦੇ ਕੋਲ ਗੱਲਬਾਤ ਦੇ ਸਾਰੇ ਸਿਲਸਿਲੇ ਖਤਮ ਹੋ ਚੁੱਕੇ ਸੀ, ਸਾਰੇ ਰਾਹ ਬੰਦ ਹੋ ਗਏ ਸੀ, ਆਖਰਕਾਰ ਫਿਰ ਇਹ ਫੈਸਲਾ ਲੈਣਾ ਪਿਆ। ਇਸ ਤਰ੍ਹਾਂ ਹਰਪ੍ਰੀਤ ਸਿੰਘ ਜੀ, ਤੁਹਾਡੇ ਸਵਾਲ ਤੇ ਜਵਾਬ ਆਉਣ ਤੋਂ ਪਹਿਲਾਂ ਤਾਂ ਮੈਂ 2 ਗੱਲਾਂ ਹੋਰ ਦੱਸ ਦੇਵਾਂ ਜੀ। ਇਸ ਤਰ੍ਹਾਂ ਹੈ ਕਿ ਪੰਜਾਬ ਉੱਤੇ ਤੇ ਸਿੱਖਾਂ ਉੱਤੇ ਧੱਕਿਆਂ ਦੀ ਦਾਸਤਾਨ ਦੀ ਕਹਾਣੀ ਬੜੀ ਲੰਬੀ ਹੈ ਜੀ। ਇਸ ਗੱਲ ਇਸ ਤਰ੍ਹਾਂ ਹੈ ਕਿ ਜਦੋਂ 1947 ਬਣਿਆ ਕਿ ਜੇ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਸੀ, ਤਾਂ ਪੰਜਾਬ ਦੇ ਸੂਬਾ ਨਹੀਂ ਬਣਾਇਆ ਗਿਆ ਭਾਸ਼ਾ ਦੇ ਆਧਾਰ ਤੇ ਇਸ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਲਾਣੇ ਪਿਆ। 1952 'ਚ ਮੋਰਚਾ ਲਾਣਾ ਪਿਆ। ਤੇ ਉਸ ਤੋਂ ਪਹਿਲਾਂ ਮੈਂ 1 ਮਿੰਟ ਲਈ ਹੋਰ ਦੱਸ ਦੇਵਾਂ ਕਿ ਮਾਸਟਰ ਤਾਰਾ ਸਿੰਘ ਹੋਰੀ ਜਦੋਂ 1948 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ,
ਕਿਉਂਕਿ ਉੱਥੇ ਇੱਕ ਪ੍ਰੋਟੈਸਟ ਮਾਰਚ ਸੀ। ਤੁਸੀਂ ਇਹ ਵੇਖੋ ਕਿ ਪੰਜਾਬੀ ਸੂਬੇ ਦੇ ਨਾਅਰੇ ਦੇ ਮੋਰਚੇ, ਨਾਅਰੇ ਤੇ ਪਾਬੰਦੀ, 52,000 ਸਿੱਖ ਫੜੇ ਗਏ, ਉਸ ਤੋਂ ਬਾਅਦ ਕਈ ਸ਼ਹੀਦ ਹੋਏ। ਤੁਸੀਂ ਵੇਖੋ ਕਿ ਅਲਟੀਮੇਟਲੀ ਮੈਂ ਤਾਂ 2 ਗੱਲਾਂ ਹੋਰ ਦੱਸਣੀ ਚਾਹੁੰਦਾ ਕਿ ਜੇ ਸੱਚਰ ਫਾਰਮੂਲਾ ਬਣਿਆ ਤੇ ਉਸ ਤੋਂ ਬਾਅਦ ਪੈਪਸੂ ਦੀ ਸਥਾਪਨਾ ਹੋਈ ਨਾ। ਪੈਪਸੂ ਕੀ ਸੀ ਜੀ? ਪੈਪਸੂ ਉਹ ਸੀ ਜਿਹਦੇ ਵਿੱਚ ਇੱਕ ਸਿੱਖ ਮੈਜੋਰਿਟੀ ਏਰੀਆ ਸੀ। ਚਾਹੀਦਾ ਤਾਂ ਇਹ ਸੀ ਕਿ ਅੰਮ੍ਰਿਤਸਰ, ਜਲੰਧਰ ਤੇ 2 ਜ਼ਿਲ੍ਹੇ ਹੋਰ ਪਾ ਕੇ ਤੇ ਇਹ ਪੰਜਾਬ ਬਣ ਜਾਂਦਾ। ਇੰਦਰਾ ਗਾਂਧੀ ਇਹ ਬੜਾ ਮਹਿਸੂਸ ਕਰਨ ਲੱਗ ਪਈ ਕਿ ਇਹ ਤਾਂ ਸਿੱਖਾਂ ਦੀ ਮੈਜੋਰਿਟੀ ਵਾਲਾ ਇਲਾਕਾ ਬਣ ਜਾਏਗਾ ਤੇ ਸਾਨੂੰ ਜਿਹੜਾ ਮਾਫ ਕਰਨਾ, ਮੈਂ ਸਪਸ਼ਟ ਕਹਿਣ ਲੱਗਾ, ਸਾਨੂੰ ਤਾਂ ਪੰਜਾਬ ਦੇ ਹਿੰਦੂ ਦੀ ਵੋਟ ਨਹੀਂ ਮਿਲ ਸਕੇਗੀ। ਦਰਅਸਲ ਸਾਰੀ ਸਾਰੀ ਲੜਾਈ ਤਾਂ ਵੋਟ ਬੈਂਕ ਦੀ ਸੀ ਜੀ। ਅਖੀਰ ਉਸ ਤੋਂ ਬਾਅਦ ਕੀ ਹੋਇਆ ਜੀ ਕਿ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖਿਆ। ਉਸ ਵੇਲੇ ਮਹਾਰਾਜਾ ਯਾਦਵਿੰਦਰ ਸਿੰਘ ਤੇ ਮਲਿਕ ਹਰਦਿਤ ਸਿੰਘ ਹੋਰਾਂ ਨੂੰ ਭੇਜ ਕੇ ਉਹਨਾਂ ਦਾ ਮਰਨ ਵਰਤ ਛੁਡਾਇਆ ਗਿਆ, ਇਹ ਕਹਿ ਕੇ ਕਿ ਸਰਕਾਰ ਤੁਹਾਡੀਆਂ ਮੰਗਾਂ ਮੰਨ ਲੇਗੀ, ਤੁਸੀਂ ਆ ਕੇ ਦਿੱਲੀ ਗੱਲਬਾਤ ਕਰ ਲਓ। ਜੇ ਉਸ ਤੋਂ ਬਾਅਦ ਸੰਤ ਫਤਿਹ ਸਿੰਘ ਹੋਰਾਂ ਨੇ ਆਪਣਾ ਅਗਨ ਕੁੰਡੀ ਸੜਨ ਦਾ ਫੈਸਲਾ ਕੀਤਾ ਤਾਂ ਉਸ ਵੇਲੇ ਵੀ ਸਰ ਹੁਕਮ ਸਿੰਘ ਨੂੰ ਪਲੇਨ ਚਾਰਟਰ ਕਰਕੇ ਦਿੱਲੀੋਂ ਭੇਜਿਆ ਗਿਆ ਕਿ ਸਰਕਾਰ ਤੁਹਾਡੀ ਮੰਗ ਮੰਨ ਰਹੀ ਹੈ ਤਾਂ ਤੁਸੀਂ ਆ ਕੇ ਫੈਸਲਾ ਕਰ ਲੈਂਦੇ ਆ ਜੀ। ਇਹ 2 ਵਾਰੀ ਸਿੱਖਾਂ ਨਾਲ ਬੜਾ ਜ਼ਬਰਦਸਤ ਧੋਖਾ ਹੋਇਆ ਸੀਗਾ। ਸੋ ਅਲਟੀਮੇਟਲੀ ਸਾਡੇ ਜਦੋਂ ਇਹ ਪੰਜਾਬ ਦਾ ਪੋਜੀਸ਼ਨ ਬਣੀ ਹੈ 1966 ਦੇ ਵਿੱਚ ਪੰਜਾਬ ਅਜੋਕਾ ਬਣਿਆ ਤਾਂ ਉਹਦੇ ਵਿੱਚ ਨਾ ਤੁਹਾਨੂੰ ਪੰਜਾਬੀ ਬੋਲਦੇ ਇਲਾਕੇ ਦਿੱਤੇ ਗਏ, ਤੁਹਾਡੇ ਪਾਣੀ ਦਾ ਤੁਹਾਡਾ ਸਿਸਟਮ ਤੁਹਾਡੇ ਨਾਲ ਅਨਿਆਂ ਕੀਤਾ ਗਿਆ ਤੇ ਸਿੱਖਾਂ ਕੋਲ ਚਾਰਾ ਕੀ ਸੀ ਸਿਵਾਏ ਇਸ ਦੇ ਕਿ ਇੱਕ ਮੋਰਚਾ ਲਾਉਂਦੇ। ਤੁਹਾਡਾ ਸਵਾਲ ਇਹ ਆਇਆ ਹੈ ਕਿ ਆਇਆ ਇਹ ਐਡਾ ਵੱਡਾ ਆਪਰੇਸ਼ਨ ਬਲੂ ਸਟਾਰ ਜਿਹਨੇ ਕੌਮ ਨੇ ਇੰਨਾ ਵੱਡਾ ਦੁਖਾਂਤ ਦੇ ਦਿੱਤਾ ਕਿ ਇਹ ਟਾਲਿਆ ਜਾ ਸਕਦਾ ਸੀ ਜਾਂ ਨਹੀਂ ਟਾਲਿਆ ਜਾ ਸਕਦਾ ਸੀ? ਪਹਿਲੀ ਗੱਲ ਤੇ ਇਹ ਹੈ ਕਿ ਇਸ ਨੂੰ ਆਪਾਂ 2 ਹਿੱਸਿਆਂ 'ਚ ਵੇਖਣਾ ਜੀ। ਪਾਣੀ ਦੇ ਮਸਲੇ ਉੱਤੇ ਸਾਡਾ ਕਪੂਰੀ ਮੋਰਚਾ ਲੱਗਾ ਹੋਇਆ ਸੀ 1983 ਤੋਂ, ਯਾਦ ਹੋਏਗਾ ਜੀ। ਤੇ ਉਸ ਤੋਂ ਬਾਅਦ ਕੀ ਹੋਇਆ ਜੀ? ਤੇ ਉਸ ਤੋਂ ਬਾਅਦ ਇਹ ਮੋਰਚੇ ਨੂੰ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਸੰਤ ਜਰਨੈਲ ਸਿੰਘ ਹੋਰਾਂ ਨੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਦੀ ਰਿਹਾਈ ਵਾਸਤੇ ਆਪਣਾ ਮੋਰਚਾ ਲਾਇਆ ਹੋਇਆ ਸੀ ਜੀ। ਅੱਛਾ, ਉੱਥੇ ਹੁੰਦਾ ਕੀ ਸੀ ਕਿ ਸਾਡੇ ਅਕਾਲੀ ਲੀਡਰਾਂ ਦਾ ਆਪਸ ਵਿੱਚ ਮੂੰਹ ਮੁਟਾਵ, ਇੱਕ ਪਹਿਲੀ ਗੱਲ, ਤੇ ਸੰਤ ਜਰਨੈਲ ਸਿੰਘ ਦੀ ਚੰਗੀ ਸਪੀਚ ਤੇ ਚੰਗੀਆਂ ਗੱਲਾਂ ਕਰਕੇ ਤੇ ਲੋਕ ਉਸ ਨਾਲ ਆਕਰਸ਼ਿਤ ਹੁੰਦੇ ਗਏ ਜੀ। ਇਸ ਬੜੀ ਬਦਕਿਸਮਤੀ ਦੀ ਗੱਲ ਇਹ ਹੈ, ਤੁਹਾਨੂੰ ਮੈਂ ਇੱਕ ਗੱਲ ਅੰਦਰ ਹੀ ਦੱਸਣ ਲੱਗਾ ਜੀ, ਜਿਹੜੀ ਕਿ ਮੈਂ ਕਈਆਂ ਲੋਕਾਂ ਨਾਲ ਇੰਟਰਵਿਊ ਕਰਨ ਤੋਂ ਬਾਅਦ ਵੀ ਲੱਭੀ ਹੈ ਤੇ ਆਪਾਂ ਨੂੰ ਪਤਾ ਵੀ ਸੀ ਕਿ ਸਾਡੇ ਅਕਾਲੀ ਲੀਡਰਾਂ ਦਾ ਆਪਸੀ ਮੂੰਹ ਮੁਟਾਵ ਸੀ, ਇਹਨਾਂ ਦੀ ਸਾਂਝੀ ਵਾਲਤਾ ਵੀ ਨਹੀਂ ਸੀ ਤੇ ਸਰਕਾਰਾਂ ਇਹਨਾਂ ਗੱਲਾਂ ਤੇ ਨਜ਼ਰ ਰੱਖਦੀਆਂ ਨੇ, ਸਰਕਾਰਾਂ ਨੂੰ ਸਭ ਪਤਾ ਹੁੰਦਾ ਹੈ। ਇੱਕ ਇਹ ਸਟੇਜ ਵੀ ਆ ਗਈ ਕਿ ਜਦੋਂ ਸੰਤ ਜਰਨੈਲ ਸਿੰਘ ਹੋਰਾਂ ਨੂੰ ਮੰਜੀ ਸਾਹਿਬ ਦੇ ਦੀਵਾਨ ਤੇ ਈਵਨ ਬੋਲਣ ਵਾਸਤੇ ਵੀ ਮਨਾ ਕੀਤਾ ਗਿਆ। ਠੀਕ ਹੈ, ਉਹਨਾਂ ਕੀ ਕੀਤਾ ਕਿ ਉਹ ਲੰਗਰ ਦੇ ਹਾਲ ਦੀ ਛੱਤ ਤੇ ਚਲੇ ਗਏ ਤੇ ਉੱਥੇ ਫੌਜਾਂ ਇਕੱਠੀਆਂ, ਉੱਥੇ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਗਈਆਂ। ਮੇਰਾ ਕਹਿਣ ਦਾ ਮਤਲਬ ਸਾਰੀ ਗੱਲ ਦਾ ਕੀ ਹੈ ਜੀ, ਸਰਕਾਰਾਂ ਇਹ ਗੱਲ ਸਮਝਦੀਆਂ ਨੇ ਕਿ ਇਹਨਾਂ ਦੀ ਆਪਸੀ ਏਕਤਾ ਨਹੀਂ ਹੈਗੀ। ਚਲੋ ਉਹ ਗੱਲ ਵੀ ਛੱਡੀ, ਇਹ ਵੀ ਗੱਲ ਆਪਾਂ ਛੱਡੀ। ਦੂਜੀ ਗੱਲ ਇਹ ਹੈ, ਨਾ ਤਾਂ ਸਾਡੇ ਲੀਡਰ, ਅਕਾਲੀ ਲੀਡਰ ਦੂਜੀ ਪਾਰਟੀਆਂ ਦੇ ਬੰਦਿਆਂ ਨੂੰ ਸਮਝਾ ਸਕੇ ਕਿ ਸਾਡੀ ਜਿਹੜੀ ਮੰਗ ਹੈ ਹਿੰਦੁਸਤਾਨ ਦੇ ਅੰਦਰ ਰਹਿਣ ਵਾਲੀ ਹੈ ਤੇ ਸਾਡੀ ਮੰਗ ਕੋਈ ਵੱਖਵਾਦੀ ਨਹੀਂ ਹੈਗੀ। ਦੂਜੀ ਗੱਲ, ਸਾਨੂੰ ਬਾਰ-ਬਾਰ ਇਹ ਗੱਲ ਕਹਿਣੀ ਚਾਹੀਦੀ ਸੀ, ਕਿਤੇ ਥੋੜੇ ਲਫ਼ਜ਼ਾਂ 'ਚ ਕਹੀ ਵੀ ਗਈ ਕਿ ਜਿਹੜੇ ਬੰਦੇ ਬੱਸਾਂ 'ਚੋਂ ਕੱਢ ਕੇ ਮਾਰੇ ਜਾਂਦੇ ਨੇ ਇਹ ਸਿੱਖਾਂ ਦਾ ਕੰਮ ਨਹੀਂ, ਸਿੱਖਾਂ ਦਾ ਕੰਮ ਤਾਂ ਲੋਕਾਂ ਦੀ ਰੱਖਿਆ ਕਰਨੀ ਹੈ। ਇਹੀ ਸਾਡਾ ਇਤਿਹਾਸ ਹੈਗਾ ਪਿਛਲਾ, ਅਸੀਂ ਉਹਨਾਂ ਨੂੰ ਕਨਵਿੰਸ ਨਾ ਕਰ ਸਕੇ। ਤੀਜੀ ਗੱਲ, ਹਰਪ੍ਰੀਤ ਸਿੰਘ ਨਾ ਸਾਡੀ ਅਖਬਾਰ ਨਾ ਸਾਡਾ ਟੀਵੀ, ਸਾਡੇ ਕੋਲ ਹੈ ਹੀ ਕੱਖ ਨਹੀਂ ਸੀ। ਅਸਲ ਗੱਲ ਇਹ ਹੈ, ਇੱਕ ਗੱਲ ਦੱਸੋ, ਤੁਸੀਂ ਕਾਫੀ ਰਿਸਰਚ ਵੀ ਕੀਤੀ ਹੈ ਇਸ ਸਾਰੇ ਕਾਂਡ ਦੇ ਉੱਤੇ ਜਿਹੜਾ ਵੀ ਇਹ ਦੁਖਾਂਤ ਹੋਇਆ ਹੈਗਾ। ਇਸ ਦੁਖਾਂਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਕਾਰ, ਮਸ਼ੀਨਰੀ, ਇਹ ਸਭ ਕੁਝ ਸਾਈਡਲਾਈਨ ਕਰ ਦਿੱਤੀ ਗਈ ਸੀ। ਉਦੋਂ ਪੂਰਾ ਕੇਂਦਰ ਸਰਕਾਰ ਨੇ ਆਪਣੇ ਅਧੀਨ ਲੈ ਲਿਆ ਇਸ ਸਾਰੇ ਨੂੰ। ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਜਿਹੜਾ ਤਰਕ ਵਾਰ-ਵਾਰ ਇਹ ਦਿੱਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਧਾਰਮਿਕ ਜਗ੍ਹਾ ਦੇ ਉੱਤੇ ਹਥਿਆਰ ਰੱਖੇ ਗਏ, ਇਹ ਸਭ ਕੁਝ ਰੱਖਿਆ ਗਿਆ, ਇਸ ਲਈ ਆਪਰੇਸ਼ਨ ਬਲੂ ਸਟਾਰ ਕਰਨਾ ਪਿਆ। ਇਸ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਪੰਜਾਬ ਦੇ ਵਿੱਚ, ਕਿੰਨੇ ਸਾਰੇ ਗੁਰਦੁਆਰਾ ਸਾਹਿਬਾਨ, ਜਿਵੇਂ ਰਮੇਸ਼ਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਲਗਭਗ 35 ਤੋਂ 38 ਗੁਰਦੁਆਰਾ ਸਾਹਿਬਾਨ ਸੀ ਜਿੱਥੇ ਆਪਰੇਸ਼ਨ ਦੀ ਕਾਰਵਾਈ ਹੋਈ ਹੈ। ਫਿਰ ਇਹ ਸ਼ੱਕ ਦੇ ਘੇਰੇ ਦੇ ਵਿੱਚ ਨਹੀਂ ਆਉਂਦਾ ਕਿ ਮਨਸ਼ਾ ਕੇਂਦਰ ਸਰਕਾਰ ਦੀ ਕੁਝ ਹੋਰ ਹੀ ਸੀ? ਤਾਂ ਮੈਂ ਇਸ ਗੱਲ ਨੂੰ, ਤੁਹਾਡੀ ਗੱਲ ਨੂੰ ਪ੍ਰੂਵ ਕਰਨ ਲਈ ਮੈਂ 4 ਗੱਲਾਂ ਹੋਰ ਦੱਸ ਸਕਦਾ ਤੁਹਾਨੂੰ ਇਸ ਵੇਲੇ। ਤੁਸੀਂ ਵੇਖੋ 10 ਵਾਰੀ ਗੱਲਬਾਤ ਦੇ ਦੌਰ ਚੱਲੇ ਨੇ ਜੀ। 5 ਬੰਦੇ, ਸਰ ਸਵਰਨ ਸਿੰਘ 1, ਹਰਕਿਸ਼ਨ ਸਿੰਘ ਸੁਰਜੀਤ 2, ਦਲਜੀਤ ਸਿੰਘ ਪੰਨੂ 3, ਪ੍ਰਹਲਾਦ ਸਿੰਘ ਚੰਡੋਕ 4, ਮਹਾਰਾਜਾ ਅਮਰਿੰਦਰ ਸਿੰਘ 5, ਇਹ 5 ਬੰਦੇ ਸਾਡੇ ਵਿਚੋਲੇ ਬਣਦੇ ਰਹੇ ਵੀ ਸਿੱਖਾਂ ਦੀਆਂ ਮੰਗਾਂ ਦੀ ਗੱਲ ਬਣ ਜਾਵੇ।
ਆਪਾਂ ਇੱਕ ਗੱਲ ਨੂੰ ਕਿਉਂ ਭੁੱਲਦੇ ਹਾਂ ਕਿ ਇਹ ਸਾਰਾ ਮਸਲਾ ਪੋਲੀਟੀਕਲ ਸੀ। ਸਾਡੇ ਬੰਦੇ ਵੀ ਪੋਲੀਟੀਕਲ ਸੀ। ਇਹ ਮਸਲਾ ਪੋਲੀਟੀਕਲ ਢੰਗ ਨਾਲ ਹੱਲ ਹੋਣਾ ਚਾਹੀਦਾ ਸੀ। ਇਹ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਤਾਂ ਨਹੀਂ ਸੀਗੀ ਨਾ, ਇਹ ਤਾਂ ਪੋਲੀਟੀਕਲ ਮਸਲਾ ਸੀਗਾ ਜੀ। ਮੰਗ ਕੀ ਸੀਗੀ? 4 ਮੰਗਾਂ ਤੁਹਾਡੀਆਂ ਜੀ। ਅੱਜ ਆਪਾਂ ਮੰਗਾਂ ਤੇ ਵੇਖੀਏ, ਪੋਲੀਟੀਕਲ ਮੰਗਾਂ ਨਹੀਂ ਹੈਗੀਆਂ। ਪਾਣੀ ਇਹ ਪੋਲੀਟੀਕਲ ਮੰਗ ਸੀਗੀ ਜੀ। ਪੰਜਾਬੀ ਬੋਲਦੇ ਇਲਾਕੇ ਸਾਡੀ ਪੋਲੀਟੀਕਲ ਮੰਗ ਸੀ ਜੀ। ਗੱਲ ਇਹ ਹੈਗੀ ਹੈ ਕਿ ਤੁਸੀਂ ਸਵਾਲ ਕੀਤਾ ਹੈਗਾ ਕਿ ਪੰਜਾਬ ਸਰਕਾਰ ਦੇ ਬੰਦੇ ਜਾਂ ਪੰਜਾਬ ਸਰਕਾਰ ਨੂੰ ਇਗਨੋਰ ਕੀਤਾ ਗਿਆ। ਨਹੀਂ, ਪੰਜਾਬ ਸਰਕਾਰ ਨੂੰ ਪੁੱਛਦਾ ਕੌਣ ਸੀ ਉਸ ਵੇਲੇ? ਗੱਲ ਇਹ ਹੋ ਗਈ, ਅਸਲ ਇਹ ਹੋ ਗਿਆ ਜਦੋਂ ਸਰਕਾਰ ਨੇ ਆਪਣਾ ਮਨ ਹੀ ਬਣਾ ਲਿਆ। ਅੱਜ ਤੋਂ ਮੈਂ ਲਾਸਟ ਗੱਲ ਦੱਸਦਾ ਕਿ 10 ਮਈ 1984 ਨੂੰ ਜੀ, ਮਈ 1984 ਨੂੰ ਲਗਭਗ ਗੱਲ ਸਾਰਾ ਫੈਸਲਾ ਹੋ ਗਿਆ ਕਿ ਇਹਦੀ ਹੁਣ ਇੰਪਲੀਮੈਂਟੇਸ਼ਨ ਹੀ ਕਰਨੀ ਹੈ। ਅਖੀਰ ਇੰਦਰਾ ਗਾਂਧੀ ਵੱਲੋਂ ਇਹ ਕਿਹਾ ਗਿਆ ਕਿ ਸੰਤ ਜਰਨੈਲ ਸਿੰਘ ਵੱਲੋਂ ਇਹਦਾ ਅਪਰੂਵਲ ਲਿਆਓ। ਇਹਨਾਂ ਨੂੰ ਕੋਈ ਪੁੱਛੇ ਕਿ ਅਕਾਲੀ ਦਲ ਮੋਰਚਾ ਲਾਇਆ ਸੀ, ਅਕਾਲੀ ਦਲ ਮੋਰਚੇ ਡਿਕਟੇਟਰ ਸੀ, ਉਹਨਾਂ ਨੇ ਹੀ ਫੈਸਲਾ ਕਰਨਾ ਸੀ। ਗੱਲ ਨੂੰ ਮਤਲਬ ਸਾਰੀ ਗੱਲ ਸੀ ਇਹਨੂੰ ਟਾਲਣਾ ਸੀ। ਦੂਜੀ ਗੱਲ ਹੋਰ, ਜਿਹੜੀ ਗੱਲ ਤੁਸੀਂ ਕਨਫਰਮ ਕਰਿਆ ਜੇ ਕਿਸੇ ਪੁਲਿਸ ਅਫਸਰ ਕੋਲੋਂ ਵੀ ਜਿਹੜੇ ਅੰਦਰ ਹਥਿਆਰ ਗਏ ਨੇ, ਉਹ ਹਥਿਆਰ ਤੁਹਾਡਾ ਖਿਆਲ ਕਿਵੇਂ ਪਹੁੰਚ ਗਏ ਨੇ? ਚਾਰੇ ਪਾਸੇ ਤੱਕ ਘੇਰਾ ਪਿਆ ਸੀ ਸੀਆਰਪੀਐਫ ਦਾ ਜਾਂ ਪੰਜਾਬ ਪੁਲਿਸ ਦਾ। ਸਰਕਾਰ, ਮਾਫ ਕਰਨਾ, ਕੇਂਦਰ ਸਰਕਾਰ ਦੀ ਬਦਨੀਤੀ ਸੀ। ਉਹ ਚਾਹੁੰਦੀ ਸੀ ਕਿ ਹਥਿਆਰ ਅੰਦਰ ਜਾਣ, ਲੜਾਈ ਹੋਵੇ, ਉਹ ਸਿੱਖ ਕੌਮ ਨੂੰ ਜ਼ਲੀਲ ਕਰਨ ਸੀ। ਮਾਫ ਕਰਨਾ, ਇਹ ਉੱਥੇ 36 ਟੈਰਰਿਸਟ ਨਿਕਲੇ ਜੀ, 36 ਟੈਰਰਿਸਟ ਮਾਰੇ ਗਏ ਜੀ। ਉਹ ਮੈਨੂੰ ਸਮਝ ਨਹੀਂ ਆਉਂਦੀ ਕਿ 36 ਬੰਦਿਆਂ ਨੂੰ ਮਾਰਨ ਲਈ ਇੱਕ ਸਾਰੀ ਸਿੱਖ ਕੌਮ ਨੂੰ ਦੁਖਾਂਤ 'ਚ ਪਾ ਦਿਓ ਜਿਹੜੀ ਕਿ ਜਨਰੇਸ਼ਨ ਤੱਕ ਕੋਈ ਯਾਦ ਰੱਖੇਗੀ। ਠੀਕ ਹੈ, ਇਹ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਮੈਂ ਇੱਕ ਮਿੰਟ ਆਣਾ। ਅੱਛਾ, ਤੀਜੀ ਗੱਲ ਜਿਹੜੀ ਸਰ ਰਮੇਸ਼ਿੰਦਰ ਸਿੰਘ ਨੇ ਕਹੀ ਹੈ, ਇੱਕ ਮਿੰਟ ਆਣਾ ਵਾਪਸ, ਫਿਰ ਮੈਂ ਰਮੇਸ਼ਿੰਦਰ ਸਿੰਘ ਜੀ ਕੋਲ ਜਾ ਕੇ ਫਿਰ ਤੁਹਾਡੇ ਕੋਲ ਵਾਪਸ ਆਣਾ। ਰਮੇਸ਼ਿੰਦਰ ਸਿੰਘ ਜੀ, ਵਾਰ-ਵਾਰ ਜਿਹੜੀਆਂ ਗੱਲਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਇਹ ਕਿਹਾ ਕਿ ਇਹ ਦੁਖਾਂਤ ਟਲ ਸਕਦਾ ਸੀ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ। ਔਰ ਵੱਡਾ ਸਵਾਲ ਇਹ ਵੀ ਹੈਗਾ ਕਿ ਜਦੋਂ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋਇਆ ਪਿਆ ਸੀ, ਇੰਨਾ ਸਖਤ ਪਹਿਰਾ ਪੁਲਿਸ ਦਾ, ਸੀਆਰਪੀਐਫ ਦਾ, ਉਹਨਾਂ ਹਾਲਾਤਾਂ ਦੇ ਵਿੱਚ ਹਥਿਆਰਾਂ ਦਾ ਅੰਦਰ ਜਾਣਾ, ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਾਣਾ, ਇਹ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ ਕਿ ਵਾਕਈ ਇਸ ਗੱਲ ਤੇ ਸ਼ੰਕਾ ਪੈਦਾ ਕੀਤਾ ਜਾ ਸਕਦਾ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ। ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਕਿ ਹੋਰ ਕੋਈ ਆਪਸ਼ਨ ਸੀਗੀਆਂ, ਆਲਟਰਨੇਟਿਵ ਸੀਗੀਆਂ, ਮੈਂ ਉਹ ਸਾਥ ਸਾਹਿਬ ਦੇ ਨਾਲ ਬਿਲਕੁਲ ਰਜ਼ਾਮੰਦ ਹਾਂ ਕਿ ਇਸ ਦਾ ਸੋਲੂਸ਼ਨ ਜਿਹੜਾ ਸੀਗਾ ਦੂਸਰਾ ਵੀ ਹੋ ਸਕਦਾ ਸੀ, ਪੋਲੀਟੀਕਲ ਸੋਲੂਸ਼ਨ ਵੀ ਹੋ ਸਕਦਾ ਸੀਗਾ। ਇਨਫੈਕਟ ਫੌਜ ਦੇ ਅਫਸਰਾਂ ਦੇ ਵਿੱਚ ਆਪਸ 'ਚ ਵੀ ਓਪੀਨੀਅਨ ਜਿਹੜਾ ਸੀਗਾ ਇਸ ਦੇ ਇੱਕ ਰਾਏ ਨਹੀਂ ਸੀ, ਇੱਕ ਮਤ ਨਹੀਂ ਸੀ। ਫੌਜ ਦੇ ਵਿੱਚ ਇੱਕ ਮਿਲਟਰੀ ਡਾਇਰੈਕਟੋਰੇਟ ਆਫ ਆਪਰੇਸ਼ਨ ਹੁੰਦਾ ਹੈ ਜੀ। ਉਸ ਦੇ ਉਸ ਸਮੇਂ ਦੇ ਮੁਖੀ ਜਨਰਲ ਨਾਇਰ ਤੇ ਉਹਨਾਂ ਦੇ ਨਾਲ 2 ਕਰਨਲ ਸੀਗੇ, ਕਰਨਲ ਜੰਜਰ ਬਲ ਤੇ ਕਰਨਲ ਕਪੂਰ। ਉਹਨਾਂ ਨੇ ਮਈ ਦੇ ਮਹੀਨੇ ਵਿੱਚ ਇੱਕ ਆਊਟਲਾਈਨ ਪਲਾਨ ਤਿਆਰ ਕੀਤੀ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਰਿਕਮੈਂਡ ਕੀਤਾ ਸੀਗਾ ਕਿ ਆਰਮੀ ਦਾ ਐਕਸ਼ਨ ਡਾਇਰੈਕਟਲੀ ਨਹੀਂ ਹੋਣਾ ਚਾਹੀਦਾ। ਇਸ ਨੂੰ ਇੱਕ ਸਿਰਫ ਸਿੰਗਲ ਤੌਰ ਤੇ ਮਤਲਬ ਇਹਨੂੰ ਆਰਮੀ ਐਕਸ਼ਨ ਹੀ ਨਾ ਸਮਝਿਆ ਜਾਵੇ, ਇਹਨੂੰ ਇੱਕ ਸਾਈਕੋਲੋਜੀਕਲ ਇਸ਼ੂ ਦੇ ਤੌਰ ਦੇ ਉੱਤੇ ਡੀਲ ਕੀਤਾ ਜਾਏ। ਮਿਲੀਟੈਂਟਸ ਬੜੇ ਗੰਭੀਰ ਹੋ ਸਕਦੇ ਨੇ। ਮਿਲੀਟੈਂਟਸ ਦੇ ਉੱਤੇ ਸਾਈਕੋਲੋਜੀਕਲ ਪ੍ਰੈਸ਼ਰ ਪਾ ਕੇ ਓਪੀਨੀਅਨ ਬਿਲਡ ਕਰਕੇ ਪਬਲਿਕ ਦਾ ਕਾਰਵਾਈ ਕੀਤੀ ਜਾਵੇ, ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਉਹਦਾ ਸੋਲੂਸ਼ਨ ਲੱਭਿਆ ਜਾਵੇ। ਲੇਕਿਨ ਇਹ ਡਿਸੀਜਨ ਜਿਹੜਾ ਹੈ ਆਰਮੀ ਨੂੰ ਬੁਲਾਉਣ ਦਾ, ਆਰਮੀ ਦੇ ਪਲਾਨ ਜੋ ਬਣਨੀ ਹੈ, ਇਹ ਸਾਰਾ ਉੱਪਰਲੇ ਲੈਵਲ ਦੇ ਉੱਤੇ ਹੋਇਆ ਹੈ। ਸਿਵਲ ਐਡਮਿਨਿਸਟ੍ਰੇਸ਼ਨ ਪੰਜਾਬ ਦਾ ਇਹਦੇ 'ਚ ਕੋਈ ਰੋਲ ਨਹੀਂ ਸੀ। ਉਹ ਕੀ ਪਲਾਨ ਸੀ ਆਰਮੀ ਦੀ, ਉਹ ਕਿਸੇ ਨਾਲ ਉਹਨਾਂ ਨੇ ਸ਼ੇਅਰ ਨਹੀਂ ਕੀਤੀ, ਸਿਵਲ ਅਫਸਰ ਦੇ ਨਾਲ, ਨਾ ਕਿਸੇ ਸਿਵਲ ਅਫਸਰ ਨੂੰ ਉਹਨਾਂ ਨੇ ਐਸੋਸੀਏਟ ਕੀਤਾ। ਇਨਫੈਕਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਟੈਲੀਫੋਨਸ ਜਿਹੜੇ ਸੀਗੇ ਉਹ ਡਿਸਕਨੈਕਟ ਕਰ ਦਿੱਤੇ ਗਏ ਸੀ। ਮੇਰੀ ਆਪਣੀ ਗੱਲ ਜਿਹੜੀ ਹੈ ਨਾ ਮੇਰੇ ਮੁੱਖ ਸਕੱਤਰ ਨਾਲ ਹੋ ਸਕਦੀ ਸੀ, ਨਾ ਮੇਰੇ ਗ੍ਰਹਿ ਸਕੱਤਰ ਨਾਲ ਹੋ ਸਕਦੀ ਸੀ, ਨਾ ਮੇਰੇ ਡੀਜੀਪੀ ਨਾਲ ਹੋ ਸਕਦੀ ਸੀ, ਤੇ ਨਾ ਮੇਰੇ ਆਪਣੇ ਜਿਹੜੇ ਸਬਆਰਡੀਨੇਟ ਅਫਸਰ ਸੀ ਉਹਨਾਂ ਨਾਲ ਹੋ ਸਕਦੀ ਸੀਗੀ। ਸੋ ਇੱਕ ਤਰ੍ਹਾਂ ਦੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਵਾਸ ਟੋਟਲੀ ਇਮੋਬਿਲਾਈਜ਼ਡ। ਅੱਛਾ, ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋ ਗਿਆ, ਸਾਕਾ ਨੀਲਾ ਤਾਰਾ ਹੋ ਗਿਆ, ਕਦੋਂ ਫਿਰ ਤੁਸੀਂ ਸਕਰੀਏ ਹੋਏ? ਜਿਵੇਂ ਤੁਹਾਡੀ ਗੱਲ ਹੀ ਨਹੀਂ ਹੋਈ, ਤੁਸੀਂ ਕਿਹਾ ਕਿ ਸਾਡੇ ਆਪਣੇ ਅਫਸਰਾਂ ਦੇ ਨਾਲ ਵੀ ਗੱਲਬਾਤ ਨਹੀਂ ਹੋ ਸਕੀ। ਉਸ ਤੋਂ ਬਾਅਦ ਫਿਰ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਐਡਾ ਵੱਡਾ ਦੁਖਾਂਤ ਹੋ ਗਿਆ, ਫਿਰ ਕਿਸ ਤਰ੍ਹਾਂ ਪੰਜਾਬ ਸਰਕਾਰੀ ਜਾਂ ਤੁਹਾਡੀ ਮਸ਼ੀਨਰੀ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਸੀਗੀ ਉਹ ਤੇ ਅਸੀਂ ਡੇਲੀ ਬੇਸਿਸ ਦੇ ਉੱਤੇ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ ਹੋਮ ਡਿਪਾਰਟਮੈਂਟ ਨੂੰ, ਡਿਵੀਜ਼ਨਲ ਕਮਿਸ਼ਨਰ ਨੂੰ ਰੋਜ਼ TPM ਭੇਜਦੇ ਸੀ, ਦੱਸਦੇ ਸੀ ਕੀ ਹੋਇਆ। ਉਹ ਤਕਰੀਬਨ ਮੇਰਾ ਖਿਆਲ 6 ਤਰੀਕ ਤੋਂ 7 ਤਰੀਕ ਤੋਂ ਸ਼ੁਰੂ ਹੋ ਗਏ ਸੀਗੇ। TPM ਕਨੈਕਸ਼ਨ, ਵਾਇਰਲੈਸ ਕਨੈਕਸ਼ਨ ਜਿਹੜਾ ਸੀ ਪੁਲਿਸ ਦਾ ਸੀ, ਉਸ ਤੋਂ ਇਲਾਵਾ ਨਹੀਂ ਸੀਗਾ।
ਤੇ 7 ਤਰੀਕ ਨੂੰ ਹੀ ਮੈਂ ਦੁਆਰਾ ਟੈਲੀਫੋਨ ਜਦ ਰਿਸਟੋਰ ਹੋਏ ਨੇਗੇ ਸਿਵਲ ਐਡਮਿਨਿਸਟ੍ਰੇਸ਼ਨ ਪਿਕਚਰ 'ਚ ਆ ਗਈ ਸੀ। ਠੀਕ ਹੈ, ਆਪਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵੀ ਹਲੇ ਇਤਿਹਾਸ ਦੇ ਪੰਨੇ ਫਰੋਲਨੇ ਬਾਕੀ ਨੇ। ਬੜਾ ਕੁਝ ਇਸ ਦੁਖਾਂਤ ਨੇ ਸਾਨੂੰ ਦਿੱਤਾ ਜੋ ਹਲੇ ਤੱਕ ਆਪਣੇ ਪਿੰਡੇ ਤੇ ਹੰਡਾ ਰਹੇ ਨੇ ਲੋਕ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਕਾ ਨੀਲਾ ਤਾਰਾ ਇੱਕ ਅਜਿਹਾ ਦੁਖਾਂਤ ਜਿਸ ਦੇ ਜ਼ਖਮ ਹਲੇ ਵੀ ਸਿੱਖ ਕੌਮ ਦੇ ਮਨਾਂ ਤੇ ਡੂੰਘੇ ਨੇ। ਅਜਿਹੇ ਦੇ ਵਿੱਚ ਇਸ ਸਾਕੇ ਨੀਲੇ ਤਾਰੇ ਨੂੰ ਟਾਲਿਆ ਜਾ ਸਕਦਾ ਸੀ। ਕਿਸ ਤਰ੍ਹਾਂ ਦੇ ਹਾਲਾਤ ਉਦੋਂ ਬਣੇ ਹੋਏ ਸਨ, ਪੰਜਾਬ ਸਰਕਾਰੀ ਅਫਸਰਾਂ ਦੀ ਕੀ ਭੂਮਿਕਾ ਸੀ, ਇਸੇ ਤੇ ਚਰਚਾ ਕਰ ਰਹੇ ਹਾਂ। ਸਾਡੇ ਨਾਲ ਦੋ ਖਾਸ ਮਹਿਮਾਨ ਮੌਜੂਦ ਨੇ, ਰਮੇਸ਼ਇੰਦਰ ਸਿੰਘ ਜੀ ਔਰ ਹਰਚਰਨ ਸਿੰਘ ਜੀ। ਰਮੇਸ਼ਇੰਦਰ ਸਿੰਘ ਜੀ ਲਗਭਗ 35 ਸਾਲ ਹੋ ਗਏ ਨੇ। ਵਾਰ-ਵਾਰ ਸਵਾਲ ਜ਼ਰੂਰ ਹੁਣ ਉੱਠਦਾ ਹੈ ਕਿ ਰਮੇਸ਼ਇੰਦਰ ਸਿੰਘ 35 ਸਾਲ ਚੁੱਪ ਕਿਉਂ ਰਹੇ, ਪਹਿਲਾਂ ਕਿਉਂ ਨਹੀਂ ਇਹ ਬੋਲੇ? ਦੋ ਕਾਰਨ ਨੇ ਜੀ। ਅੰਮ੍ਰਿਤਸਰ ਜਦ ਮੈਂ ਗਿਆ, ਮੈਂ ਬਹੁਤ ਯੰਗ ਸੀ, 34 ਸਾਲ ਮੇਰੀ ਉਮਰ ਸੀ, ਲੰਬੀ ਮੇਰੀ ਨੌਕਰੀ ਸੀ ਔਰ ਕੰਡਕਟ ਰੂਲਸ ਸਰਵਿਸ ਦੇ ਜਿਹੜੇ ਨੇਗੇ ਉਹ ਪਬਲਿਕ ਸਰਵੈਂਟਸ ਨੂੰ ਅਲਾਉ ਨਹੀਂ ਕਰਦੇ ਕਿ ਪਬਲਿਕ ਇਸ਼ੂਜ਼ ਦੇ ਵਿੱਚ ਆ ਕੇ ਪਬਲਿਕ ਡਿਬੇਟ ਦੇ ਵਿੱਚ ਪੈਣ ਜਿਹੜਾ ਹੈ। ਮੈਂ ਮੁੱਖ ਸਕੱਤਰ ਦੇ ਤੌਰ ਤੇ ਰਿਟਾਇਰ ਹੋਣ ਤੋਂ ਬਾਅਦ ਫਿਰ ਚੀਫ ਇਨਫੋਰਮੇਸ਼ਨ ਕਮਿਸ਼ਨਰ ਆਰਟੀਆਈ ਦਾ 5 ਸਾਲ ਰਿਹਾ ਜੀ। ਤੋਂ ਇਸ ਕੰਡਕਟ ਰੂਲਸ ਕਰਕੇ ਆਫੀਸ਼ੀਅਲ ਸੀਕ੍ਰੇਟਸ ਐਕਟ ਹੈ ਜਿਹੜਾ 30 ਸਾਲ ਤੱਕ ਬਾਹਰ ਕਰਦਾ ਹੈਗਾ ਕੌਨਫੀਡੈਂਸ਼ੀਅਲ ਗੱਲਾਂ ਕਰਨ ਦੇ ਬਾਰੇ, ਨਹੀਂ ਬੋਲਿਆ। ਮੈਂ ਸ਼ਾਇਦ ਹੁਣ ਵੀ ਨਾ ਬੋਲਦਾ, ਹੁਣ ਤੇ 35 ਹੋ ਗਏ ਨੇ, 30 ਦੇ ਵੀ ਜਿਹੜੇ ਨੇਗੇ ਸਾਲ ਜੀ। ਲੇਕਿਨ ਪਿਛਲੇ ਕੋਈ 7-8 ਮਹੀਨਿਆਂ ਤੋਂ ਸੋਸ਼ਲ ਮੀਡੀਆ ਦੇ ਵਿੱਚ ਮੇਰੇ ਨੋਟਿਸ 'ਚ ਦੋਸਤਾਂ ਨੇ, ਰਿਸ਼ਤੇਦਾਰਾਂ ਨੇ ਫਾਰਵਰਡ ਕਰਕੇ ਜਿਹੜੇ ਨੇਗੇ ਮੈਸੇजेस ਭੇਜੇ, ਲੋਕਾਂ ਦੀਆਂ ਸਪੀਚਾਂ ਭੇਜੀਆਂ, ਪ੍ਰਿੰਟਡ ਜੋ ਦੋਸ਼ ਪੱਤਰ ਪੜ੍ਹੇ ਗਏ ਉਹ ਭੇਜੇ, ਜਿਸ ਦੇ ਵਿੱਚ ਇਹ ਦੋਸ਼ ਲਾਇਆ ਗਿਆ ਮੇਰੇ ਉੱਤੇ ਜਿਹੜਾ ਹੈ ਕਿ ਜੂਨ 84 'ਚ ਮੈਨੂੰ ਪਟਨੇ ਤੋਂ, ਕੋਈ ਪੂਨੇ ਤੋਂ, ਕੋਈ ਕਿਤੋਂ ਸਪੈਸ਼ਲ ਜਹਾਜ਼ ਦਾ ਇੰਤਜ਼ਾਮ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ ਤੇ ਸਾ ਗੁਰਦੇਵ ਸਿੰਘ ਬਰਾੜ ਨੇ ਜਿਹੜਾ ਸੀ ਜਵਾਬ ਦੇ ਦਿੱਤਾ ਗਿਆ ਤੁਸੀਂ ਸਾਈਨ ਕੀਤੇ ਤੇ ਮੈਂ ਸਾਈਨ ਕੀਤੇ ਤੇ ਲਿਆ ਕੇ। ਕੋਈ ਤਾਂ ਤੁਹਾਨੂੰ ਬਾਦਲ ਸਾਹਿਬ ਦਾ ਰਿਸ਼ਤੇਦਾਰ ਵੀ ਕਹਿੰਦਾ ਵੀ ਤੁਸੀਂ ਰਿਸ਼ਤੇਦਾਰ ਸੀਗੇ, ਤੁਸੀਂ ਹਾਮੀ ਭਰੀ, ਇਹ ਗੱਲਾਂ ਸਾਰੀਆਂ। ਸੋ ਪਹਿਲੀ ਗੱਲ ਤੇ ਹੈ ਜੀ ਕਿ ਉਹ ਸਾਰੀਆਂ ਗੱਲਾਂ ਝੂਠੀਆਂ ਸੀਗੀਆਂ। ਮੈਂ ਕਲੈਰੀਫਾਈ ਕਰਨਾ ਚਾਹੁੰਦਾ ਸੀਗਾ। ਜਿੱਥੇ ਤੱਕ ਮੇਰੀ ਰਿਸ਼ਤੇਦਾਰੀ ਦਾ ਸੰਬੰਧ ਹੈ, ਇਹ ਵੀ ਬਿਲਕੁਲ ਝੂਠ ਹੈ। ਮੈਂ ਬਾਦਲ ਸਾਹਿਬ ਦਾ ਬੜਾ ਸਤਿਕਾਰ ਕਰਦਾ ਸਾਰਿਆਂ ਦਾ, ਲੇਕਿਨ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਜੀ ਦੇ ਨਾਲ ਮੇਰੀ ਕੋਈ ਰਿਸ਼ਤੇਦਾਰੀ ਨਹੀਂ। ਮੈਂ ਤੇ ਇੱਕ ਸਧਾਰਨ ਜ਼ਿਮੀਂਦਾਰਾ ਫੌਜੀ ਪਰਿਵਾਰ ਦਾ ਜੰਮਪਲ ਹਾਂ, ਜ਼ਿਲ੍ਹਾ ਸੰਗਰੂਰ ਦਾ, ਹਾਂਜੀ। ਤੇ ਇਹ ਜ਼ਰੂਰ ਹੈ ਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਔਰ ਇਕੱਲੇ ਉਹਨਾਂ ਨਾਲ ਹੀ ਨਹੀਂ, ਪੰਜਾਬ ਦੇ ਜਿੰਨੇ ਮੁੱਖ ਮੰਤਰੀ ਜੀ ਸੀਗੇ, ਜਿਹਦੇ 'ਚ ਸਾਹਿਬ ਬੇਅੰਤ ਸਿੰਘ ਆ ਜਾਂਦੇ ਨੇ, HS ਬਰਾੜ ਆ ਜਾਂਦੇ ਨੇ, ਬੀਬਾ ਭੱਠਲ ਆ ਜਾਂਦੇ ਨੇ, ਹਾਂਜੀ, ਕੈਪਟਨ ਅਮਰਿੰਦਰ ਸਿੰਘ ਜੀ ਆ ਜਾਂਦੇ ਨੇ, ਸਾਰਿਆਂ ਨਾਲ ਕੰਮ ਕੀਤਾ ਹੈਗਾ। ਹਾਂਜੀ। ਅੱਛਾ, ਕਿਤੇ ਕੋਈ ਦਿਲ ਦੇ ਵਿੱਚ ਇਹ ਗੱਲ ਨਹੀਂ ਸੀਗੀ ਕਿ ਮੈਂ ਇਸ ਚੀਜ਼ ਬਾਰੇ ਕਿਉਂ ਨਾ ਬੋਲਾਂ? ਮਤਲਬ ਜਦੋਂ ਇਹ ਪਤਾ ਲੱਗੇ ਕਿ ਤੁਹਾਡੀ ਕੋਈ ਸ਼ਮੂਲੀਅਤ ਨਹੀਂ, ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਫਿਰ ਵੀ ਇਦਾਂ ਦੇ ਐਲੀਗੇਸ਼ਨ ਲੱਗਣ, ਇਲਜ਼ਾਮ ਲੱਗਣ, ਮਨ ਤੇ ਇੱਕ ਤਰ੍ਹਾਂ ਦਾ ਬੋਝ ਰਹਿੰਦਾ। ਇਹ ਮੇਰੇ ਤੇ ਮਨ ਤੇ ਬੋਝ ਸੀਗਾ ਜੀ। ਔਰ ਇਹ ਮੈਂ ਜਿਸ ਤਰ੍ਹਾਂ ਅਰਜ਼ ਕੀਤੀ ਹੈ ਕਿ 6-7 ਮਹੀਨਿਆਂ ਤੋਂ, ਕਿਉਂਕਿ ਕੰਪੇਨ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਇਹ ਚਲਾਇਆ ਜਾ ਰਿਹਾ ਸੀਗਾ। ਤੋਂ ਕਿਉਂਕਿ ਹੁਣ ਐਨਵਰਸਰੀ ਮੰਨ ਲਓ ਜੂਨ ਦਾ ਮਹੀਨਾ ਆਇਆ ਹੈ ਤੇ ਮੈਨੂੰ ਕੁਝ ਜਰਨਲਿਸਟ ਨੇ ਅਪਰੋਚ ਕੀਤਾ ਕਿ ਤੁਹਾਡੇ ਖਿਲਾਫ ਇਹ ਐਲੀਗੇਸ਼ਨ ਲੱਗ ਰਹੇ ਨੇ, ਤੇ ਮੈਂ ਕਿਹਾ ਮੈਂ ਜ਼ਰੂਰ ਕਲੈਰੀਫਾਈ ਕਰਾਂਗਾ ਪੋਜੀਸ਼ਨ ਜਿਹੜੀ ਹੈਗੀ ਹੈ। ਸੱਚਾਈ ਲੋਕਾਂ ਤੱਕ ਆਉਣੀ ਚਾਹੀਦੀ ਹੈਗੀ ਹੈ। ਔਰ ਮੈਂ ਇਹ ਵੀ ਸੋਚ ਰਿਹਾ ਕਿ ਕਿਤਾਬ ਵੀ ਲਿਖਾਂ ਉਹ ਸਾਰੇ ਦੁਖਾਂਤ ਦੀ ਜਿਹੜੀ ਹੈਗੀ ਹੈ, ਤਾਂ ਕਿ ਜਿਹੜੇ ਤੱਥ ਮੈਂ ਦੇਖੇ ਨੇਗੇ ਉਹ ਜਨਤਕ ਹੋਣ। ਅੱਛਾ, ਚਲੋ ਥੋੜਾ ਜਿਹਾ ਹਟ ਕੇ ਵੀ ਆਪਾਂ ਗੱਲ ਕਰ ਲੈਂਦੇ ਹਾਂ। ਮੈਨੂੰ ਇੱਕ ਗੱਲ ਦੱਸੋ, ਇਸ ਸਾਰੇ ਦੁਖਾਂਤ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਸੀ ਜਾਂ ਕਿਸ ਤਰ੍ਹਾਂ ਦੀ ਭਾਵਨਾ ਸੀ? ਤੁਸੀਂ ਲੋਕਾਂ 'ਚ ਵਿਚਰਦੇ ਰਹੇ ਹੋ, ਇਹ ਜਦੋਂ ਦੁਖਾਂਤ ਹੋਇਆ, ਕੁਝ ਕੁ ਲੋਕ ਤਾਂ ਅਜਿਹੇ ਸਨ ਜਿਹੜੇ ਕਹਿੰਦੇ ਸਨ ਕਿ ਟੈਰਰਿਜ਼ਮ ਖਤਮ ਹੋਣਾ ਚਾਹੀਦਾ, ਅੱਤਵਾਦ ਖਤਮ ਹੋਣਾ ਚਾਹੀਦਾ, ਪਰ ਜਿਸ ਢੰਗ ਤਰੀਕੇ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੋਸ ਸੀ? ਜਿਸ ਤਰ੍ਹਾਂ ਸਾਹ ਸਾਹਿਬ ਨੇ ਦੱਸਿਆ ਹੈ ਕਿ ਥੋੜੇ ਜਿਹੇ ਜੋ ਖਾੜਕੂ ਸਨ ਦਰਬਾਰ ਸਾਹਿਬ ਦੇ ਅੰਦਰ, ਉਹਨਾਂ ਨੂੰ ਜੋ ਹੈ ਐਲੀਮੀਨੇਟ ਕਰਨ ਦੇ ਲਈ ਆਪਰੇਸ਼ਨ ਹੋਇਆ, ਲੇਕਿਨ ਇਸਨੇ ਖਾੜਕੂਵਾਦ ਨੂੰ ਜਨਮ ਦਿੱਤਾ। ਤੁਹਾਨੂੰ ਮੈਂ ਯਾਦ ਕਰਾਉਣਾ ਚਾਹਾਂਗਾ ਕਿ ਅਸਲੀ ਜੋ ਸੱਟ ਲੱਗੀ ਉਹ ਉਸ ਤੋਂ ਬਾਅਦ ਉਹਦਾ ਜੇ ਰਿਐਕਸ਼ਨ ਹੋਇਆ, ਉਹਦੇ ਵਿੱਚ ਹੀ ਬੜਾ ਵੱਡਾ ਰਿਐਕਸ਼ਨ ਹੋਇਆ। ਇਨਫੈਕਟ ਸਾਰਿਆਂ ਨਾਲੋਂ ਵੱਡਾ ਜਿਹੜਾ ਬਲੂ ਸਟਾਰ ਦਾ ਫੇਲਿਅਰ ਸੀਗਾ ਉਹ ਸੀ ਕਿ ਉਹਨੇ ਸਿੱਖ ਕੌਮ ਨੂੰ ਐਲੀਨੇਟ ਕਰ ਦਿੱਤਾ। ਔਰ ਉਸ ਐਲੀਨੇਸ਼ਨ ਕਰਕੇ ਹੀ ਜਿਹੜਾ ਹੈ ਇਹ ਸਾਰਾ ਜਿਹੜਾ ਦੁਖਾਂਤ ਵਾਪਰਿਆ 7-8 ਸਾਲ 10 ਸਾਲ ਉਸ ਤੋਂ ਬਾਅਦ ਇਹ ਹੋਇਆ।
ਮੁੰਡੇ ਪਾਕਿਸਤਾਨ ਚਲੇ ਗਏ, ਪਾਕਿਸਤਾਨ ਨੇ ਐਕਸਪਲੋਇਟ ਕੀਤੀ ਸਿਚੁਏਸ਼ਨ ਨੂੰ, ਉਹਨਾਂ ਨੂੰ ਆਰਮਸ ਭੇਜੇ, ਟ੍ਰੇਨਿੰਗ ਦਿੱਤੀ, ਸਾਰਾ ਕੁਝ ਹੋਇਆ। ਸੋ ਇਹ ਇਨਫੈਕਟ ਬਲੂ ਸਟਾਰ ਕਿਹਾ ਜਾ ਸਕਦਾ ਕਿ ਇਹਨੇ ਪੰਜਾਬ ਦੀ ਇੱਕ ਜਿਹੜੀ ਮੂਵਮੈਂਟ ਸੀਗੀ ਟੈਰਰਿਜ਼ਮ ਦੀ, ਉਹਨੂੰ ਖੜਾ ਕਰ ਦਿੱਤਾ। ਔਰ ਕਿਤੇ ਨਾ ਕਿਤੇ ਇਹਦੇ ਤਾਰ ਆਪਾਂ ਇਸ ਦੇ ਨਾਲ ਵੀ ਜੋੜ ਸਕਦੇ ਹਾਂ, ਸਿੱਖ ਕਤਲੇਆਮ ਹੋਇਆ 1984 ਦਾ, ਉਹਦਾ ਵੀ ਸਾਰਾ ਤਾਣਾ ਬਣਾ ਇੱਥੋਂ ਹੀ ਬੁਣਿਆ ਗਿਆ। ਉਹ ਤਾਂ ਇੱਕ ਚੇਨ ਬਣ ਗਈ ਨਾ ਜੀ, ਚੇਨ ਬਣ ਗਈ। ਠੀਕ ਹੈ, ਹਰਚਰਨ ਸਿੰਘ ਵੀ ਜੁੜੇ ਹੋਏ ਨੇ। ਹਰਚਰਨ ਸਿੰਘ ਜੀ, ਜਿਹੜੀ ਗੱਲ ਰਮੇਸ਼ਿੰਦਰ ਸਿੰਘ ਹੋਰਾਂ ਨੇ ਕਹੀ ਹੈ ਕਿ ਇੱਕ ਬੇਗਾਨਗੀ ਦੀ ਭਾਵਨਾ ਸਿੱਖ ਭਾਈਚਾਰੇ ਦੇ ਵਿੱਚ ਪੈਦਾ ਕੀਤੀ, ਜਦੋਂ ਸਭ ਤੋਂ ਮੁਕੱਦਸ ਸਥਾਨ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਇੱਕ ਬੇਗਾਨਗੀ ਦੀ ਭਾਵਨਾ ਸਿੱਖ ਭਾਈਚਾਰੇ, ਸਿੱਖ ਕੌਮ ਦੇ ਵਿੱਚ ਆ ਗਈ। ਔਰ ਪਹਿਲਾ ਸਵਾਲ ਤਾਂ ਇਹ, ਕੀ ਇਸ ਗੱਲ ਤੋਂ ਐਗਰੀ ਹੋ ਕਿ ਉਸੇ ਨੇ ਬੇਗਾਨਗੀ ਦੀ ਭਾਵਨਾ ਨੂੰ ਜਨਮ ਦਿੱਤਾ? ਔਰ ਦੂਜੀ ਗੱਲ, ਜਿਹੜੀ ਵਾਰ-ਵਾਰ ਇਹ ਗੱਲਾਂ ਆਉਂਦੀਆਂ ਕਿ ਖਾੜਕੂ ਅੰਦਰ ਲੁਕੇ ਹੋਏ ਸਨ, ਉਹਨਾਂ ਨੂੰ ਕੱਢਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ, ਉਸ ਤੋਂ ਇਲਾਵਾ ਤੁਸੀਂ ਬੜੀ ਘੋਖ ਕੀਤੀ ਹੈ, ਕਿੰਨੇ ਕੁ ਆਮ ਸ਼ਰਧਾਲੂ ਸੀ ਜਾਂ ਲੋਕ ਸੀ ਜਿਹੜੇ ਉੱਥੇ ਸ਼ਹੀਦ ਹੋਏ ਜਾਂ ਮਾਰੇ ਗਏ? ਔਰ ਤੀਜਾ ਵੱਡਾ ਸਵਾਲ ਹੈ ਕਿ ਵਾਕਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਜਾਣ ਕੇ ਚੁਣਿਆ ਗਿਆ ਜਾਂ ਅਚਨਚੇਤੀ ਉਹ ਤਰੀਕ ਸਾਹਮਣੇ ਆ ਗਈ? ਤੁਹਾਡੇ 3-4 ਸਵਾਲ ਨੇ ਜੀ। ਹੈਲੋ ਜੀ ਹਰਚਰਨ ਸਿੰਘ ਜੀ, ਆ ਰਹੀ ਆਵਾਜ਼ ਤੁਹਾਡੀ? ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ। ਮੈਂ ਬੇਨਤੀ ਕਰਾਂ ਜੀ, ਮੈਂ ਨਾ ਸਰ ਰਮੇਸ਼ਿੰਦਰ ਸਿੰਘ ਨਾਲ ਸਹਿਮਤ ਹਾਂ ਇਸ ਗੱਲ ਤੇ ਜੀ। ਗੱਲ ਇਹ ਹੈ ਕਿ ਜੂਨ 84 ਤੋਂ ਬਾਅਦ ਇਸਨੇ ਅਸਲ ਖਾੜਕੂਵਾਦ ਨੂੰ ਜਨਮ ਦਿੱਤਾ ਹੈ ਜੀ। ਜੇ ਵੇਖੋ, ਜੇ 84 ਤੋਂ ਲੈ ਕੇ ਤੇ 1990 ਤੱਕ ਦਾ ਰੋਲ ਵੇਖੋ ਤੇ ਸੈਂਕੜੇ ਬੰਦੇ ਮਾਰੇ ਗਏ, ਚਾਹੇ ਪੁਲਿਸ ਨੇ ਐਨਕਾਊਂਟਰ ਕਰਕੇ ਮਾਰੇ, ਚਾਹੇ ਅਣਪਛਾਤੀਆਂ ਲਾਸ਼ਾਂ ਕਰਕੇ ਸੁੱਟੀਆਂ। ਤੁਸੀਂ ਇਮੇਜਿਨ ਕਰੋ, ਜਿਹੜੇ ਖਾਲੜਾ ਜੀ ਦੀ ਰਿਪੋਰਟ ਮੁਤਾਬਕ ਤਾਂ 25,000 ਬੰਦਾ ਮਾਰਿਆ ਗਿਆ। ਮੈਂ ਕਹਿੰਦਾ ਚਲੋ ਉਹ ਰਿਪੋਰਟ ਕੁਝ ਐਸਟੀਮੇਟਡ ਹੋਵੇ, ਮੇਰਾ ਖਿਆਲ ਹੈ ਟੋਟਲ ਪੰਜਾਬ ਵਿੱਚ 15 ਤੋਂ 16,000 ਬੰਦੇ ਮਾਰੇ ਗਏ ਸੀ। ਦੂਜੀ ਗੱਲ ਸਮਝੀ ਆਪਾਂ ਜੀ। ਤੁਸੀਂ ਅਗਲਾ ਸਵਾਲ ਕੀਤਾ ਹੈ ਕਿ ਕਿੰਨੇ ਬੰਦੇ ਦਰਬਾਰ ਸਾਹਿਬ ਵਿੱਚ ਮਾਰੇ ਗਏ ਉਸ ਵੇਲੇ ਜੀ। ਮੇਰੇ ਆਪਣੇ ਅਸੈਸਮੈਂਟ ਮੁਤਾਬਕ ਜਿਨ੍ਹਾਂ ਮੈਂ ਲੋਕਾਂ ਨੂੰ ਮਿਲਿਆ, ਮੇਰਾ ਖਿਆਲ ਜੀ 1500-1600 ਬੰਦਾ ਉੱਥੇ ਮਾਰਿਆ ਗਿਆ। ਤਾਂ ਮੈਂ ਉਹਦੀਆਂ ਐਗਜ਼ਾਮਪਲਸ ਦਿੰਦਾ ਇੱਥੇ, ਜਿਹੜੀਆਂ ਮੈਂ ਆਪਣੀਆਂ ਕਿਤਾਬਾਂ 'ਚ ਵੀ ਲਿਖੀਆਂ ਨੇ ਜੀ। ਮੈਂ ਦੱਸਦਾ ਜੀ ਕਿ ਜੇ ਆਪਣੀਆਂ ਪਰਿਕਰਮਾ ਦੇ ਕਮਰਿਆਂ ਦੇ ਵਿੱਚ ਬੰਦੇ ਸੀ, ਜਿਹੜੇ ਯਾਤਰੂ ਸੁੱਤੇ ਹੋਏ ਸੀ, ਜਿਹੜੇ ਬੈਠੇ ਹੋਏ ਸੀ, ਬਾਹਰ ਨਿਕਲਣ ਨੂੰ ਸਕੋਪ ਕੋਈ ਨਹੀਂ ਸੀ। ਜੇ ਤੁਸੀਂ ਜਲਿਆਂਵਾਲੇ ਬਾਗ ਤੋਂ ਆਵਾਜ਼ਾਂ ਮਾਰੋ ਕਿ ਬਾਹਰ ਆ ਜਾਓ, ਉਹ ਆਵਾਜ਼ ਕਿੱਥੇ ਪਹੁੰਚਣੀ ਸੀ? ਉਹ ਉੱਥੇ ਰਹਿ ਗਏ। ਉਹ ਸੈਂਕੜੇ ਬੰਦੇ ਉੱਥੇ ਮਾਰੇ ਗਏ, ਕੁਝ ਫੜੇ ਗਏ ਜਿਹੜੇ ਥਮਲਿਆਂ ਜਾਂ ਕਮਰਿਆਂ ਛੁਪੇ ਹੋਏ ਸੀ। ਦੂਜੀ ਗੱਲ, ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਰਾਂ ਦੇ ਵਿਹੜੇ ਵਿੱਚ ਬੰਦਿਆਂ ਦੇ ਢੇਰ ਲੱਗੇ ਹੋਏ ਸੀ, ਲਾਸ਼ਾਂ ਦੇ ਢੇਰ ਲੱਗੇ ਸੀ। ਉਹ ਮੈਨੂੰ ਗੱਲ ਕਿਹਨੇ ਦੱਸੀ? ਇੱਕ ਨਹੀਂ 7 ਬੰਦਿਆਂ ਨੇ। ਸਰ ਮਨਜੀਤ ਸਿੰਘ ਤਰਨਤਾਰਨ ਦੱਸੀ, ਮਨਜੀਤ ਸਿੰਘ ਭੋਮਾ ਨੇ ਮੈਨੂੰ ਇਹ ਗੱਲ ਦੱਸੀ ਹੈ ਜੀ, ਇਹ ਉੱਥੇ ਸੀਗੇ ਜੀ। ਇਹ ਗੱਲ ਮੈਨੂੰ ਭਾਈ ਮਨਜੀਤ ਸਿੰਘ ਨੇ ਦੱਸੀ ਹੈ ਜੀ। ਇਹ ਗੱਲ ਮੈਨੂੰ ਹਰਪਾਲ ਸਿੰਘ ਇੱਕ ਯਾਤਰੂ ਨੇ ਦੱਸੀ ਹੈ ਜੀ। ਮਤਲਬ 9 ਬੰਦਿਆਂ ਦੀ ਇੰਟਰਵਿਊ ਦੇ 'ਚ ਗੱਲ ਆਈ। ਤੁਸੀਂ ਹੈਰਾਨ ਹੋਵੋਗੇ ਕਿ ਸੈਕੰਡ ਜਾਂ ਥਰਡ ਫਲੋਰ ਤੋਂ ਗ੍ਰੇਨੇਡ ਸੁੱਟਿਆ ਜਾਵੇ ਤੇ ਵਿਹੜੇ 'ਤੇ ਜਿੰਨੇ ਬੰਦੇ ਨੇ ਉਹਨਾਂ ਦੀਆਂ ਹੱਡੀ ਪਸਲੀ ਨਜ਼ਰ ਨਾ ਆਵੇ। ਇਹ ਜਿਹੜੇ ਬੰਦੇ ਉੱਤੋਂ ਲਿਆਂਦੇ ਗਏ ਕਮਰਿਆਂ 'ਚੋਂ, ਉਹਨਾਂ ਦੇ ਕਮਰਿਆਂ ਦੇ ਵਿੱਚ ਗ੍ਰੇਨੇਡ ਸੁੱਟ ਕੇ ਅੰਦਰ ਹੀ ਮੁਕਾ ਦਿੱਤੇ ਗਏ। ਜਿਹੜੇ ਬੰਦੇ ਬਚ ਗਏ ਉਹਨਾਂ ਨੂੰ ਕਿਹਾ ਵੀ ਤੁਸੀਂ ਭੱਜੋ, ਪਰ ਤੁਹਾਨੂੰ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਏਗਾ। ਉਹਨਾਂ ਬੰਦਿਆਂ ਨੂੰ ਲਾਸ਼ਾਂ ਦੇ ਉੱਤੋਂ ਲੰਘਣਾ ਪਿਆ ਜੀ। ਸਰ ਮਨਜੀਤ ਸਿੰਘ ਤਰਨਤਾਰਨੀ ਨੇ ਇੱਕ ਬੜੀ ਦੁਖਦਾਈ ਗੱਲ ਸੁਣਾਈ ਜੀ ਮੈਨੂੰ, ਜਿਹੜੀ ਮੈਂ ਆਪਣੀ ਕਿਤਾਬ ਵਿੱਚ ਵਰਣਨ ਕੀਤਾ ਉਸ ਗੱਲ ਦਾ। ਉਹਨਾਂ ਦੱਸਿਆ ਕਿ ਇੱਕ ਛੋਟਾ ਜਿਹਾ ਬੱਚਾ ਸੀ ਜੀ, ਉਹ ਬੱਚਾ ਰੋਂਦਾ ਪਿਆ ਸੀ ਜੀ। ਉਹਦੇ ਬਾਪ ਦੀ ਡੈਥ ਹੋ ਗਈ। ਇਹ ਤਾਂ ਗੋਲੀ ਬੱਚੇ ਨੂੰ ਲੱਗੀ ਤਾਂ ਬੱਚਾ ਵੀ ਮਾਰਿਆ ਗਿਆ। ਉਹਦੀ ਮਾਂ ਨੇ ਉਹ ਬੱਚਾ ਆਪਣੇ ਬਾਪ ਦੀ ਛਾਤੀ ਤੇ ਜਾ ਕੇ ਲਟਾ ਦਿੱਤਾ। ਤੁਸੀਂ ਇਹ ਸੋਚੋ ਕਿ ਉਸ ਤੋਂ ਬਾਅਦ ਉਹਨਾਂ ਪਰਿਵਾਰਾਂ ਦਾ ਕੀ ਹੋਇਆ ਹੋਵੇਗਾ? ਉਹਨਾਂ ਪਰਿਵਾਰਾਂ 'ਚ ਆਤੰਕਵਾਦ ਨਹੀਂ ਪੈਦਾ ਹੋਏਗਾ? ਉਹ ਖਾੜਕੂ ਨਹੀਂ ਬਣਨਗੇ ਜੀ। ਅਸਲ ਗੱਲ ਇਹ ਹੈ, ਸਰਕਾਰ ਨੇ ਖਾੜਕੂਵਾਦ ਨੂੰ ਜਨਮ ਦਿੱਤਾ। ਠੀਕ ਹੈ ਹਰਚਰਨ ਸਿੰਘ ਜੀ, ਇੱਕ ਸਵਾਲ ਦਾ ਜਵਾਬ ਸਾਡੀ ਇਸ ਗੱਲ ਦੀ ਹੈਗੀ ਹੈ। ਇੱਕ ਸਵਾਲ ਦਾ ਜਵਾਬ ਮੈਨੂੰ ਦੇ ਦਿਓ। ਜਦੋਂ ਵੀ ਦਹਿਸ਼ਤਵਾਦ ਫੈਲਾਣਾ ਹੋਵੇ, ਕਿਤੇ ਵੀ ਜਾਨੀ ਮਾਲੀ ਨੁਕਸਾਨ ਵੱਡਾ ਕਰਨਾ ਹੋਵੇ, ਤਾਂ ਜਗ੍ਹਾ ਲੱਭੀ ਜਾਂਦੀ ਹੈ ਜਾਂ ਕੋਈ ਦਿਨ ਲੱਭਿਆ ਜਾਂਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਕੱਠ ਹੋਵੇ ਤੇ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਹੋਵੇ। ਪਰ ਜਦੋਂ ਕਿਸੇ ਅਜਿਹੀ ਮੂਵਮੈਂਟ ਜਿੱਥੇ ਤੁਸੀਂ ਸਿਰਫ ਕੁਝ ਚੰਦ ਲੋਕਾਂ ਨੂੰ ਬਾਹਰ ਕੱਢਣਾ ਹੈ, ਤਾਂ ਉਸ ਤਰੀਕ ਦੀ ਇੰਤਜ਼ਾਰ ਕੀਤਾ ਜਾਂਦਾ ਹੈ ਕਿ ਘੱਟ ਤੋਂ ਘੱਟ ਯਾਤਰੂ ਹੋਣ, ਘੱਟ ਤੋਂ ਘੱਟ ਸ਼ਰਧਾਲੂ ਹੋਣ ਔਰ ਘੱਟੋ ਘੱਟ ਨੁਕਸਾਨ ਹੋਵੇ। ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ, ਜਦੋਂ ਇਹ ਪਤਾ ਕਿ ਸੰਗਤਾਂ ਦੀ ਤਾਦਾਦ ਆਮ ਨਾਲੋਂ ਵੱਧ ਹੋਵੇਗੀ, ਉਸ ਦਿਹਾੜੇ ਨੂੰ ਚੁਣਿਆ ਗਿਆ। ਇਹ ਫਿਰ ਕੀ ਇਸ਼ਾਰਾ ਕਰਦਾ? ਇਸ ਤੋਂ 2 ਗੱਲਾਂ ਨਿਕਲਦੀਆਂ ਸਰ ਹਰਪ੍ਰੀਤ ਸਿੰਘ ਜੀ। ਪਹਿਲੀ ਗੱਲ ਤੇ ਹੈ ਕਿ ਕੋਈ ਕੰਮ ਕਰਨ ਤੋਂ ਪਹਿਲਾਂ ਉਹ ਜਿਹੜੀ ਫੌਜ ਹੈ ਜਾਂ ਆਰਮੀ ਹੈ ਜਾਂ ਪੁਲਿਸ ਹੈ, ਉਸ ਥਾਂ ਦੀ ਰਿਕਨੋਸੈਂਸ ਕਰਦੀ ਹੈ ਕਿ ਆਇਆ ਉਸ ਦਿਨ ਘੱਟ ਤੋਂ ਘੱਟ ਕਿੰਨੇ ਘੱਟ ਬੰਦੇ ਮਰਨ। ਇਹਦਾ ਮਤਲਬ ਹੈ ਕਿ ਕਿਸੇ ਨੂੰ ਕੋਈ ਖਿਆਲ ਨਹੀਂ ਆਇਆ
ਕਿ ਇੱਥੇ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਹੈ, ਸ਼ਹੀਦੀ ਦਿਵਸ ਹੈ। ਸਵਾਲ ਇਸ ਗੱਲ ਦਾ ਹੈਗਾ, ਤੁਸੀਂ ਕੋਈ ਉਹਨਾਂ ਨੂੰ ਲੀਵੇ ਦੇਣ ਲਈ, ਕੋਈ ਉਹਨਾਂ ਨੂੰ ਰਿਆਇਤ ਕਰਨ ਲਈ ਕਹਿ ਸਕਦਾ ਹੈ ਕਿ ਉਹਨਾਂ ਦੀ ਬੇਵਕੂਫੀ ਹੈ, ਉਹਨਾਂ ਨੂੰ ਪਤਾ ਨਹੀਂ ਸੀਗਾ। ਪਰ ਮੈਂ ਸਮਝਦਾ ਕਿ ਐਡੇ ਵੱਡੇ ਆਪਰੇਸ਼ਨ ਕਰਨਾ ਹੋਵੇ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਦਿਨ ਕਿਹੜਾ ਚੁਣਿਆ ਗਿਆ ਹੈਗਾ। ਆਫਟਰ ਆਲ ਕਿ ਜੇ 2 ਤਰੀਕ ਨੂੰ ਹੋ ਸਕਦਾ ਸੀ, 9 ਤਰੀਕ ਤੋਂ ਬਾਅਦ ਵੀ ਹੋ ਸਕਦਾ ਸੀਗਾ। ਇਹਦੇ ਵਿੱਚ ਉਹਨਾਂ ਦੀ ਬਦਨੀਤੀ ਵੀ ਹੋ ਸਕਦੀ ਹੈ, ਬੇਵਕੂਫੀ ਤੇ ਬੇਸਮਝੀ ਵੀ ਹੋ ਸਕਦੀ ਹੈ। ਠੀਕ ਹੈ, ਮੈਂ ਵਾਪਸ ਆਣਾ ਰਮੇਸ਼ਿੰਦਰ ਸਿੰਘ ਜੀ। ਹੁਣ ਜਿਹੜੀ ਗੱਲ ਸ਼ਾਇਦ ਕਿਤੇ ਨਾ ਕਿਤੇ ਤੁਸੀਂ ਵੀ ਕੋਟ ਕੀਤੀ ਹੈ ਕਿ ਇੱਕ ਟਰੁੱਥ ਕਮਿਸ਼ਨ ਜ਼ਰੂਰ ਹੋਣਾ ਚਾਹੀਦਾ ਵੀ ਇਸ ਸਾਰੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਕਿਹੜੀਆਂ ਧਿਰਾਂ ਉਹਦੇ 'ਚ ਸ਼ਾਮਲ ਸੀਗੀਆਂ, ਕੀ ਨੁਕਸਾਨ ਹੋਇਆ, ਉਸ ਤੋਂ ਬਾਅਦ ਕਿਵੇਂ ਦੇ ਹਾਲਾਤ ਬਣੇ, ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ। ਤੁਹਾਨੂੰ ਲੱਗਦਾ ਹੈ ਕਿ ਇਸ ਇੰਨੇ ਸਾਲ ਬੀਤ ਗਏ ਨੇ, ਉਸ ਤੋਂ ਬਾਵਜੂਦ ਜੇ ਅਸੀਂ ਟਰੁੱਥ ਕਮਿਸ਼ਨ ਬਣਾਉਂਦੇ ਵੀ ਹਾਂ, ਕਿੰਨੀ ਕੁ ਪੋਸੀਬਿਲਿਟੀ ਹੈ ਕਿ ਸੱਚ ਸਾਹਮਣੇ ਆਏਗਾ? ਦੇਖੋ ਜੀ, ਇਹ ਬਹੁਤ ਹੀ ਦੁਖਦਾਈ, ਦਰਦਨਾਕ ਜੋ ਹੈ ਵਾਕਿਆ ਸੀਗਾ, ਘਟਨਾ ਸੀਗੀ, ਸਾਕਾ ਸੀਗਾ। ਔਰ ਇਹ ਹਰ ਸਾਲ ਜੂਨ ਦੇ ਮਹੀਨੇ 'ਚ ਆ ਕੇ ਦੁਬਾਰਾ ਫਿਰ ਜਜ਼ਬਾਤ ਨੂੰ ਜਿਹੜਾ ਹੈ ਉਹ ਭੜਕਦੇ ਨੇਗੇ, ਹਾਲਾਤ ਵਿਗੜਨ ਦੇ ਵੀ ਚਾਂਸਸ ਆ ਜਾਂਦੇ ਨੇਗੇ। ਔਰ ਵੱਖ-ਵੱਖ ਧਿਰਾਂ, ਵੱਖ-ਵੱਖ ਵਿਅਕਤੀ ਆਪਣੀ ਸੋਚ ਦੇ ਮੁਤਾਬਕ ਜਾਂ ਜੋ ਉਹਨਾਂ ਨੇ ਦੇਖਿਆ ਉਹਦੇ ਮੁਤਾਬਕ ਬਿਆਨਬਾਜ਼ੀ ਕਰਦੇ ਨੇਗੇ, ਫੈਕਟਸ ਦੱਸਦੇ ਨੇਗੇ, ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ, ਕਲੈਸ਼ਸ ਹੁੰਦੇ ਨੇਗੇ। ਤਾਂ ਇਹ ਸਾਰੇ ਚੀਜ਼ ਦਾ ਕਲੋਜ਼ਰ ਹੋਣਾ ਚਾਹੀਦਾ ਹੈ, ਕਿਉਂਕਿ ਦੇਖੋ ਭੁਲਾਇਆ ਤਾਂ ਨਹੀਂ ਜਾ ਸਕਦਾ। ਬਿਲਕੁਲ ਠੀਕ। ਇਹ ਸਿੱਖ ਇਤਿਹਾਸ ਦਾ ਇੱਕ ਬੜਾ ਹਿੱਸਾ, ਅਟੁੱਟ ਹਿੱਸਾ ਬਣ ਚੁੱਕੀ ਹੈਗੀ ਜੀ ਜੀ। ਲੇਕਿਨ ਇਹਨੂੰ, ਇਸ ਦਰਦ ਨੂੰ ਜੇ ਅਸੀਂ ਲੈ ਕੇ ਹਮੇਸ਼ਾ ਉਸੇ ਦੇ ਨਾਲ ਹੀ ਜੋ ਹੈ ਜਿਉਂਦੇ ਰਹੀਏ ਤੇ ਕੌਮ ਅੱਗੇ ਕਿਵੇਂ ਵਧੇਗੀ, ਸੂਬਾ ਅੱਗੇ ਕਿਵੇਂ ਵਧੇਗਾ। ਤਾਂ ਇਸ ਲਈ ਇਸ ਸਾਰੇ ਇਸ਼ੂ ਨੂੰ ਕਲੋਜ਼ਰ ਹੋਣਾ ਜ਼ਰੂਰੀ ਹੈ। ਔਰ ਕਲੋਜ਼ਰ ਉਹ ਤਾਂ ਹੀ ਹੋ ਸਕਦਾ ਹੈ ਜੇ ਇੱਕ ਟਰੂਥ ਕਮਿਸ਼ਨ ਐਂਡ ਰੀਕਨਸੀਲੀਏਸ਼ਨ ਕਮਿਸ਼ਨ, ਔਰ ਇਹਦੀਆਂ ਕਈ ਉਦਾਹਰਨਾਂ ਨੇ, ਸਾਊਥ ਅਫਰੀਕਾ ਦੀ ਹੈਗੀ, ਹੋਰ ਕਈ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਕਮਿਸ਼ਨ ਬਣੇ ਨੇ। ਬਿਨਾਂ ਜਜ਼ਬਾਤਾਂ ਨੂੰ ਭੜਕਾਏ, ਠੰਡੇ ਦਿਮਾਗ ਦੇ ਨਾਲ ਉਹ ਇੱਕ ਓਪਨ ਜਿਹੜੀ ਹੈ ਉਹ ਇਨਕੁਆਇਰੀ, ਇਨਵੈਸਟੀਗੇਸ਼ਨ ਹੋਵੇ, ਸਾਰੀਆਂ ਧਿਰਾਂ ਨੂੰ ਸੁਣਿਆ ਜਾਵੇ, ਐਵੀਡੈਂਸ ਰਿਕਾਰਡ ਹੋਵੇ। ਔਰ ਉਸ ਤੋਂ ਬਾਅਦ ਉੱਗੇ ਵਿਅਕਤੀ, ਜੁਡੀਸ਼ੀਅਲ ਸੁਪਰੀਮ ਕੋਰਟ ਜੱਜਸ ਦੇ, ਜਿਨ੍ਹਾਂ ਦੀ ਸਾਰੇ ਹਿੰਦੁਸਤਾਨ ਦੇ ਵਿੱਚ ਐਸਟੈਬਲਿਸ਼ਡ ਰੈਪੂਟੇਸ਼ਨ ਹੈ, ਉਸੇ ਇਹੋ ਜਿਹੇ ਵਿਅਕਤੀਆਂ ਨੂੰ ਲਾ ਕੇ ਇਹਦੀ ਟਰੁੱਥ ਜਿਹੜੀ ਹੈਗੀ ਉਹ ਸਾਹਮਣੇ ਲਿਆਉਣੀ ਚਾਹੀਦੀ। ਅੱਛਾ, ਚਲੋ ਮੈਂ ਜੇ ਤੁਹਾਨੂੰ ਇੱਕ ਲਾਈਨ ਦੇ ਵਿੱਚ ਇੱਕ ਗੱਲ ਪੁੱਛਣੀ ਚਾਹਾਂ ਇਸ ਸਾਰੇ ਵਰਤਾਰੇ ਬਾਰੇ ਜਾਂ ਕਾਂਡ ਬਾਰੇ, ਕੀ ਸਰਕਾਰ ਦੀ ਇਹ ਦਮਨਕਾਰੀ ਨੀਤੀ ਗਲਤ ਸਾਬਤ ਹੋਈ? ਕਿ ਜੋ ਉਹਨਾਂ ਨੇ ਸੋਚਿਆ ਸੀਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਅਟੈਕ ਕਰਾਂਗੇ ਤਾਂ ਇਸ ਤਰ੍ਹਾਂ ਇਹ ਜਿਹੜੀ ਮੂਵਮੈਂਟ ਖੜੀ ਹੋ ਰਹੀ ਹੈ ਇਹ ਖਤਮ ਹੋ ਜਾਏਗੀ, ਪਰ ਹੋਇਆ ਬਿਲਕੁਲ ਉਲਟ? ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਸਾਬਤ ਹੋਇਆ ਉਹਨਾਂ ਤੇ? ਕੋ ਪੋਲੀਟੀਕਲ ਮੂਵਮੈਂਟਸ ਜਿਹੜੀਆਂ ਨੇਗੀਆਂ ਨਾ, ਜਿਹਦੇ 'ਚ ਮੈਸ ਮੂਵਮੈਂਟ ਬਣ ਜੇ ਜਿਹੜੀ, ਉਹਨੂੰ ਪੋਲੀਟੀਕਲੀ ਹੀ ਟੈਕਲ ਕਰਨਾ ਐਪਰੋਪ੍ਰੀਏਟ ਹੁੰਦਾ ਹੈ। ਦਮਨ ਦੇ ਨਾਲ ਸ਼ਾਇਦ ਉਹ ਪ੍ਰਚੰਡ ਹੋ ਸਕਦੀ ਹੈ। ਅਨਫੋਰਚੂਨੇਟਲੀ ਇਸ ਪੋਲੀਟੀਕਲ ਮੂਵਮੈਂਟ ਦੇ ਨਾਲ ਵਾਇਲੈਂਸ ਵੀ ਜੋ ਹੈ ਉਹ ਜੁੜ ਗਈ ਹੈਗੀ ਹੈ। ਕਿੰਨੇ ਬੰਦੇ ਸ਼ਹੀਦ ਹੋਏ, ਇਨੋਸੈਂਟ ਬੰਦੇ ਮਰੇ, ਮਿਲੀਟੈਂਟਸ ਵੀ ਮਰੇ, ਹਾਂਜੀ, ਐਨਕਾਊਂਟਰ ਵੀ ਹੋਏ, ਕਈ ਫਾਲਸ ਵੀ ਹੋਏ। ਸੋ ਮਤਲਬ ਵਾਇਲੈਂਸ ਐਂਡ ਪੋਲੀਟੀਕਲ ਦੋ ਚੀਜ਼ਾਂ ਦੀ ਮਿਕਸਚਰ ਹੋ ਗਿਆ। ਤਾਂ ਇਹਨੂੰ ਵੀ ਬੜਾ ਟੈਕਟਫੁਲੀ ਜਿਹੜਾ ਡੀਲ ਕਰਨਾ ਚਾਹੀਦਾ ਸੀ, ਜਿਹੜਾ ਅਨਫੋਰਚੂਨੇਟਲੀ ਨਹੀਂ ਹੋ ਸਕਿਆ। ਬਿਲਕੁਲ ਠੀਕ ਹੈ। ਹਰਚਰਨ ਸਿੰਘ ਜੀ, ਤੁਸੀਂ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈਗਾ ਉਹਨਾਂ ਲੋਕਾਂ ਬਾਰੇ, ਤੁਸੀਂ ਇੰਟਰਵਿਊ ਵੀ ਕੀਤੀ ਹੈ। ਇੱਕ ਪੰਨਾ ਮੈਂ ਕਿਤੇ ਨਾ ਕਿਤੇ ਪੜ੍ਹਿਆ ਸੀਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ, ਜੋ ਸਾਡਾ ਖਜ਼ਾਨਾ ਸੀਗਾ, ਉਸ ਖਜ਼ਾਨੇ ਨੂੰ ਸਾੜਿਆ ਗਿਆ, ਉਸ ਖਜ਼ਾਨੇ ਦੀ ਲੁੱਟ ਵੀ ਹੋਈ, ਕੁਝ ਹੱਦ ਤੱਕ ਇਹ ਵੀ ਗੱਲਾਂ ਪਤਾ ਲੱਗਦੀਆਂ ਨੇ। ਥੋੜ੍ਹਾ ਜਿਹਾ ਉਸ ਬਾਰੇ ਚਾਨਣਾ ਪਾਓ ਕਿ ਵਾਕਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੁਝ ਅਨਮੋਲ ਚੀਜ਼ਾਂ ਸੀਗੀਆਂ ਜਿਹੜੀਆਂ ਸਾੜੀਆਂ ਵੀ ਗਈਆਂ, ਲੈ ਕੇ ਵੀ ਗਏ, ਵਾਪਸ ਵੀ ਨਹੀਂ ਆਈਆਂ, ਔਰ ਇਹ ਵੀ ਕਿਤੇ ਨਾ ਕਿਤੇ ਗੱਲਾਂ ਆਈਆਂ ਕਿ ਉਹਨੂੰ ਛੇੜਿਆ ਵੀ ਨਹੀਂ ਗਿਆ। ਇਹ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਲ ਬੜਾ ਵਾਜਬ ਹੈ। ਉਹਦੇ ਆਉਣ ਤੋਂ ਪਹਿਲਾਂ ਮੈਂ 2 ਗੱਲਾਂ ਹੋਰ ਕਰਨੀਆਂ ਚਾਹੁੰਦਾ ਜੀ। ਤੁਹਾਡਾ ਸਵਾਲ ਮੇਜਰ ਇਹ ਸੀਗਾ ਕਿ ਕੀ ਇਹ ਸਾਕਾ ਟਾਲਿਆ ਜਾ ਸਕਦਾ ਸੀਗਾ। ਮੈਂ ਇੱਕ ਲਾਈਨ ਕਹਿਣੀ ਚਾਹੁੰਦਾ ਉਹਦੇ ਬਾਰੇ ਜੀ। ਗੱਲ ਇਹ ਹੈ ਕਿ ਕਿਸੇ ਲੜਾਈ ਦੇ ਵਿੱਚ 2 ਕਦਮ ਅੱਗੇ ਤੇ 2 ਕਦਮ 3 ਕਦਮ ਪਿੱਛੇ, ਇਹ ਇੱਕ ਸਟ੍ਰੈਟਜੀ ਹੋਣੀ ਚਾਹੀਦੀ ਹੈ। ਸਾਡੇ ਲੀਡਰ ਇਸ ਗੱਲ ਤੇ ਫੇਲ ਹੋਏ ਨੇ, ਸਾਡੇ ਆਪਣੇ ਲੀਡਰ। ਕਿਵੇਂ? ਅਸੀਂ ਇਹ ਮੋਰਚਾ ਸਸਪੈਂਡ ਕਰ ਸਕਦੇ ਸੀਗੇ ਫॉर द ਟਾਈਮ ਬਿੰਗ। ਤੁਹਾਨੂੰ ਮੈਂ 2 ਜੂਨ ਦੀ ਗੱਲ ਸੁਣਾਉਂਦਾ ਜੀ। 2 ਜੂਨ ਤੋਂ ਪਹਿਲਾਂ ਸੰਤ ਲੌਂਗੋਵਾਲ ਜੀ ਨੇ ਇੱਕ ਬਿਆਨ ਦਿੱਤਾ। ਉਹ ਬਿਆਨ ਇਹ ਸੀਗਾ ਕਿ ਅਸੀਂ ਪੰਜਾਬ ਚੋਂ ਕਣਕ ਦੀ ਸਪਲਾਈ ਹੈ ਜਿਹੜੀ ਬਾਹਰਲੇ ਸਟੇਟਾਂ ਨੂੰ ਬੰਦ ਕਰ ਦਿਆਂਗੇ ਜੀ। ਗਵਰਨਮੈਂਟ ਨੂੰ ਇੱਕ ਬਹਾਨਾ ਮਿਲ ਗਿਆ ਜੀ, ਇਹ ਨਵਾਂ। ਜੇ ਅਸੀਂ ਮੰਨ ਲਓ
25 ਜਾਂ 26 ਮਈ ਨੂੰ ਇਹ ਮੋਰਚਾ ਸਸਪੈਂਡ ਕਰ ਦਿੰਦੇ, ਮੰਨ ਲਓ ਜੇ ਅਸੀਂ ਵੇਖਦੇ ਪਏ ਸੀ ਕਿ ਕਿਤੇ ਇਹ ਦੂਜੇ ਪਾਸੇ ਨਾ ਤੁਰ ਪਵੇ, ਤਾਂ ਸ਼ਾਇਦ ਗਵਰਨਮੈਂਟ ਨੂੰ ਬਹਾਨਾ ਨਹੀਂ ਸੀ ਮਿਲਣਾ ਕਿ ਦਰਬਾਰ ਸਾਹਿਬ ਵਿੱਚ ਆ ਕੇ ਅਟੈਕ ਕਰਨ ਦਾ ਜੀ। ਮੇਰਾ ਮਤਲਬ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਸਾਡੀਆਂ ਕਮਜ਼ੋਰੀਆਂ ਰਹੀਆਂ ਨੇ ਕਿ ਅਸੀਂ ਗੱਲ ਨੂੰ ਭਾਂਪ ਨਹੀਂ ਸਕੇ। ਸਰਕਾਰ ਤਾਂ ਬੇਈਮਾਨ ਹੈ ਸੀ, ਸਰਕਾਰ ਤਾਂ ਸਿੱਖ ਵਿਰੋਧੀ ਹੈ ਹੀ ਸੀ, ਇਹਦੇ ਬਾਰੇ ਤਾਂ ਦੋ ਰਾਏ ਨਹੀਂ ਹੈਗੀਆਂ ਇਹਦੇ ਬਾਰੇ ਤਾਂ। ਤੁਸੀਂ ਵੇਖੋ ਨਾ 10 ਰਾਉਂਡ ਆਫ ਡਿਸਕਸ਼ਨ ਹੋਣ, ਇੰਨੇ ਨੇ ਬੰਦੇ ਵਿੱਚ ਪਏ ਹੁਣ ਤਾਂ ਸਰਕਾਰ ਕੰਮ ਨਾ ਕਰੇ, ਸਰਕਾਰ ਤਾਂ ਬੇਈਮਾਨ ਹੈ ਸੀ। ਤੁਹਾਡਾ ਦੂਜਾ ਸਵਾਲ ਹੈ ਜਿਹੜਾ ਤੁਸੀਂ ਸਰ ਰਮੇਸ਼ਿੰਦਰ ਸਿੰਘ ਨੂੰ ਕੀਤਾ ਹੈ, ਉਹ ਇਹ ਸੀ, ਮੈਂ ਕਹਿੰਦਾ ਇਹ ਪੋਲੀਟੀਕਲ ਮਸਲਾ ਸੀ, ਇਹ ਪੋਲੀਟੀਕਲ ਵੇ ਨਾਲ ਹੱਲ ਹੋਣਾ ਚਾਹੀਦਾ ਸੀ, ਜਿਹੜਾ ਸਰਕਾਰ ਕੇਂਦਰ ਸਰਕਾਰ ਬਿਲਕੁਲ ਫੇਲ ਹੋ ਗਈ। ਦੂਜੀ ਗੱਲ, ਹੁਣ ਤੁਸੀਂ ਸਵਾਲ ਕੀਤਾ ਹੈ ਕਿ ਲਾਇਬ੍ਰੇਰੀ ਦਾ, ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਮੈਂ ਸ਼੍ਰੋਮਣੀ ਕਮੇਟੀ ਵਿੱਚ 2 ਸਾਲ ਮੁੱਖ ਸਕੱਤਰ ਰਿਹਾ ਜੀ। ਮੈਂ ਇਹਦੇ ਵਿੱਚ ਵੇਖਿਆ ਕਿ 12,350 ਕਿਤਾਬਾਂ ਸਾਡੀਆਂ ਸੀ ਜਿਹਦੀ ਲਿਸਟ ਬਣੀ ਕਿ ਸਾਡੀਆਂ ਮਿਸਿੰਗ ਸੀਗੀਆਂ ਜੀ। ਉਹਦੇ ਵਿੱਚੋਂ ਸਾਨੂੰ 186 ਕਿਤਾਬਾਂ ਵਾਪਸ ਮਿਲੀਆਂ ਸਿਰਫ ਜੀ। ਇਹ ਗੱਲ ਵੀ ਨਹੀਂ, ਸਾਡੇ ਉਹ ਦਸਤਾਵੇਜ਼ ਜਿਨ੍ਹਾਂ ਵਿੱਚ 10ਵੇਂ ਪਾਤਸ਼ਾਹ ਦੇ ਹੱਥ ਲਿਖਤ, 9ਵੇਂ ਪਾਤਸ਼ਾਹ ਦੀ ਹੱਥ ਲਿਖਤ, ਜਿਹੜੇ ਕਿ ਕਈ ਸੋਨੇ ਦੇ ਪੱਤਰਾਂ ਤੇ ਜਾਂ ਚਾਂਦੀ ਦੇ ਪੱਤਰਾਂ ਤੇ ਉਕਾਰੇ ਸੀ, ਸਾਡੇ ਹੋ ਗਏ। ਸਾਡੇ ਕਈ ਹੁਕਮਨਾਮੇ, ਸਾਡੀਆਂ ਪੁਰਾਤਨ ਕਿਤਾਬਾਂ। ਇੱਕ ਤਾਂ ਮੈਂ ਹੋਰ ਗੱਲ ਦੱਸਾਂ ਜੀ, ਇੱਕ ਸਾਡੀ ਬੀੜ, ਦਮਦਮੀ ਸਾਹਿਬ ਬੀੜ ਹੱਥ ਲਿਖਤ, ਇਹ ਸਾਡੇ ਕੋਲ ਉੱਥੇ ਸੀ ਜੀ ਲਾਇਬ੍ਰੇਰੀ ਦੇ ਵਿੱਚ। ਇਹ ਭਾਈ ਸਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਕਿਹਾ ਕਿ ਇਹ 10ਵੇਂ ਪਾਤਸ਼ਾਹ ਦੇ ਕੁਝ ਪੋਰਸ਼ਨ ਇਹ ਹੱਥ ਲਿਖੀ ਹੋਈ ਹੈ, ਕੁਝ ਹਿੱਸਾ। ਸਰ ਦਵਿੰਦਰ ਸਿੰਘ ਦੁੱਗਲ ਹੋਰੀ, ਉਹਨਾਂ ਦੇ ਪੀਏ ਨੇ ਮੈਨੂੰ ਇਹ ਗੱਲ ਦੱਸੀ ਆਪਣੀ ਇੰਟਰਵਿਊ ਵੇਲੇ ਕਿ ਜੋ ਕਹਿੰਦੇ ਜਦੋਂ ਮੈਂ ਥੱਕ ਜਾਣਾ ਤੁਸੀਂ ਇਸ ਬੀੜ ਦਾ ਪ੍ਰਕਾਸ਼ ਕਰ ਲਓ, ਮੈਂ ਇੱਥੋਂ ਪਾਠ ਕਰਨਾ ਚਾਹੁੰਦਾ ਜੀ। ਉਹ ਸਾਡੀ ਬੀੜ ਵੀ ਨਹੀਂ ਮਿਲੀ। ਸਾਨੂੰ ਇਹ ਦੱਸਿਆ ਗਿਆ ਉਸ ਪੁਲਿਸ ਇੰਸਪੈਕਟਰ ਵੱਲੋਂ ਕਿ ਇਹ ਸਾਰਾ ਰਿਕਾਰਡ ਅਲਟੀਮੇਟਲੀ ਚੁੱਕ ਕੇ ਇੱਕ ਸਕੂਲ ਦੇ ਵਿੱਚ ਰੱਖਿਆ ਗਿਆ। ਮਹਾਰਾਜ ਦੇ ਸਰੂਪ ਜ਼ਮੀਨ ਤੇ ਪਏ ਸੀ। ਉਸ ਬੰਦੇ ਨੇ ਕਿਹਾ ਕਿ ਕਪੜਾ ਪਾ ਦਿਓ ਮੇਜ਼ ਤੇ ਮੈਂ ਉੱਥੇ ਰੱਖ ਦੇਵਾਂ ਜੀ। ਉਸ ਤੋਂ ਬਾਅਦ ਇਹ ਸਮਾਨ ਚੁੱਕ ਕੇ ਕਿੱਥੇ ਗਿਆ ਵਾਹਿਗੁਰੂ ਜਾਣੇ। ਅੱਜ ਤਾਂ ਮੈਂ ਲਾਸਟ ਗੱਲ 2 ਗੱਲਾਂ ਦੱਸਣ ਲੱਗਾ ਜੀ। ਜਨਰਲ ਦਲਬੀਰ ਸਿੰਘ ਚੀਫ ਆਫ ਦੀ ਆਰਮੀ ਸਟਾਫ, ਉਹ ਇੱਥੇ ਆਏ ਜੀ ਅੰਮ੍ਰਿਤਸਰ ਵਿੱਚ, ਉਹਨਾਂ ਦਿਹਾੜੇ 'ਚ ਮੈਂ ਇੱਥੇ ਸੀਗਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਨੇ, ਤੁਹਾਡੇ ਕਿਹੜੇ ਕੰਮ ਦੀਆਂ ਨੇ, ਸਾਨੂੰ ਦੇ ਦਿਓ, ਸਾਡਾ ਪੁਰਾਣਾ ਇਤਿਹਾਸਕ ਵਿਰਸਾ ਹੈ। ਉਹ ਕਹਿਣ ਲੱਗੇ ਜੀ ਸਾਡੇ ਕੋਲ ਤਾਂ ਹੈ ਨਹੀਂ, ਤੁਸੀਂ ਸੀਬੀਆਈ ਤੋਂ ਪਤਾ ਕਰੋ ਜੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ। ਅਸੀਂ ਜੀ ਸੀਬੀਆਈ ਨੂੰ ਇੱਕ ਚਿੱਠੀ ਪਾਈ ਜੀ। ਫਾਰਚੂਨੇਟਲੀ ਫॉर ਮੀ ਕਿ ਸੀਬੀਆਈ ਦੇ ਡਾਇਰੈਕਟਰ ਵੀ ਦਰਬਾਰ ਸਾਹਿਬ ਕੁਝ ਦਿਨਾਂ ਬਾਅਦ ਆ ਗਏ ਜੀ। ਉਹਨਾਂ ਨੂੰ ਮੈਂ ਲੈ ਕੇ ਗਿਆ ਦਰਬਾਰ ਸਾਹਿਬ ਵਿੱਚ, ਤੇ ਮੈਂ ਉਹਨਾਂ ਤੇ ਉਹਨਾਂ ਦੀ ਵਾਈਫ ਵੀ ਨਾਲ ਸੀ, ਮੈਂ ਉਹਨਾਂ ਨਾਲ ਵੀ ਗੱਲ ਕੀਤੀ। ਉਹ ਕਹਿਣ ਲੱਗੇ ਜੀ ਮੈਂ ਆਈ ਵਿਲ ਸਰਟਨਲੀ ਲੁੱਕ ਇਨਟੂ ਇਟ। ਉਸ ਤੋਂ ਬਾਅਦ ਮੈਂ ਦਿੱਲੀ ਗਿਆ ਜੀ, ਮੈਂ ਬੀਬਾ ਹਰਸਿਮਰਤ ਕੌਰ ਨਾਲ ਗੱਲ ਕੀਤੀ। ਉਹ ਕਹਿਣ ਲੱਗੇ ਵੀ ਇਹ ਤੁਹਾਡੀ ਗੱਲ ਹੈ ਤਾਂ ਮੈਂ ਵੀ ਉਹਨਾਂ ਨੂੰ ਕੋਈ ਲੈਟਰ ਪਾਵਾਂਗੀ ਤੇ ਮੈਂ ਵੀ ਮੈਟਰ ਟੇਕ ਅਪ ਕਰਾਂਗੀ। ਮੈਨੂੰ ਨਹੀਂ ਪਤਾ ਉਹਨਾਂ ਦਾ ਲੈਟਰ ਗਿਆ ਨਹੀਂ ਗਿਆ, ਜ਼ਰੂਰ ਗਿਆ ਹੋਏਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਦਸਤਾਵੇਜ਼ ਸਾਨੂੰ ਅੱਜ ਤੱਕ ਨਹੀਂ ਮਿਲੇ। ਸਾਡੀਆਂ 11,000 ਕਿਤਾਬਾਂ ਅਸੀਂ ਪ੍ਰੂਵ ਕਰ ਸਕਦੇ ਹਾਂ, ਜੋ ਸਾਡੇ ਕੋਲ ਆਇਆ ਹੈ ਉਹ ਸਾਡੇ ਕੋਲ ਰਸੀਟ ਹੈ, ਤੇ ਜੋ ਸਾਡੇ ਕੋਲ ਨਹੀਂ ਹੈਗਾ ਉਹ ਲੈ ਕੇ ਗਏ ਨੇ, ਉਹ ਸਾਡੇ ਕੋਲ ਕਿਤਾਬਾਂ ਨਹੀਂ ਹੈਗੀਆਂ। ਹੁਣ ਸਵਾਲ ਹੈ ਕਿ ਹਰਪ੍ਰੀਤ ਸਿੰਘ ਜੀ ਲਾਇਬ੍ਰੇਰੀ ਕੋਈ ਇੱਕ ਦਿਨ ਤਾਂ ਬਣਦੀ ਨਹੀਂ ਹੈਗੀ। ਬਿਲਕੁਲ ਠੀਕ ਹੈ ਜੀ। ਸਾਲਾਂ ਸਾਲ ਲੰਘ ਜਾਂਦੇ ਨੇ ਪੁਰਾਤਨ ਵਿਰਸਾ ਇਕੱਠਾ ਕਰਨ ਦੇ, ਪੁਰਾਤਨ ਕਿਤਾਬਾਂ, ਪੁਰਾਤਨ ਅਖਬਾਰਾਂ ਜਿਨ੍ਹਾਂ ਦੀ ਬੇਸਿਸ ਤੇ ਲੋਕ ਰਿਸਰਚ ਕਰਦੇ ਨੇ, ਉਹ ਸਾਨੂੰ ਨਹੀਂ ਮਿਲੀਆਂ। ਹੁਣ ਸਵਾਲ ਹੈ ਕਿ ਉਸ ਤੋਂ ਬਾਅਦ ਜਦੋਂ ਕਿਰਪਾਲ ਸਿੰਘ ਬਡੂੰਗਰ ਸੀ ਪ੍ਰੈਜ਼ੀਡੈਂਟ ਜੀ, ਅਸੀਂ ਰਾਸ਼ਟਰਪਤੀ ਨੂੰ ਮਿਲਣ ਗਏ ਜੀ। ਅਸੀਂ ਰਾਸ਼ਟਰਪਤੀ ਨੂੰ ਮਿਲਣ ਗਏ, ਮੈਂ ਵੀ ਉਸ 4 ਬੰਦਿਆਂ 'ਚ ਸ਼ਾਮਲ ਸੀ। ਜਿਹੜਾ ਅਸੀਂ ਮੈਮੋਰੈਂਡਮ ਦਿੱਤਾ ਉਹਦੇ 'ਚ ਅਸੀਂ ਕਿਤਾਬਾਂ ਦਾ ਰੌਲਾ ਪਾਇਆ, ਬੇਨਤੀ ਕੀਤੀ, ਹੱਥ ਜੋੜੇ। ਹੁਣ ਤੁਸੀਂ ਮੈਨੂੰ ਸਮਝਾਓ, 35 ਸਾਲ ਹੋ ਗਏ ਨੇ, ਉਹ ਕਿਤਾਬਾਂ ਕਿਸੇ ਸਾੜੀਆਂ ਤਾਂ ਹੋਣੀਆਂ ਨਹੀਂ। ਕਿਤਾਬਾਂ ਕਿੱਥੇ ਗਈਆਂ? ਕਿਉਂ ਨਹੀਂ ਸਾਨੂੰ ਦਿੱਤੀਆਂ ਗਈਆਂ ਨੇ? ਕਿਉਂ ਨਹੀਂ ਆਰਮੀ ਦਿੰਦੀ? ਕਿਉਂ ਨਹੀਂ ਸਾਨੂੰ ਸੀਬੀਆਈ ਦਿੰਦੀ? ਕਿਉਂ ਨਹੀਂ ਸਾਨੂੰ ਇੰਟੈਲੀਜੈਂਸ ਦਿੰਦੀ? ਅਨਫੋਰਚੂਨੇਟਲੀ ਬਿਲਕੁਲ ਠੀਕ ਹੈ, ਸਰਕਾਰ ਦੀ ਨੀਅਤ ਨਹੀਂ ਸੀ। ਇਸੇ ਕਰਕੇ ਬੇਗਾਨਗੀ ਦੀ ਭਾਵਨਾ ਜਿਹੜੀ ਹੈ ਟਾਈਮ ਉਪਰਾਲੇ ਹੁੰਦੇ ਰਹੇ ਨੇ। ਠੀਕ ਹੈ ਹਰਚਰਨ ਸਿੰਘ ਜੀ, ਕਾਮਯਾਬੀ ਨਹੀਂ ਮਿਲ ਗਈ। ਮੈਂ ਵਾਪਸ ਆਣਾ ਫਿਰ ਤੁਹਾਡੇ ਕੋਲ, ਮੇਰੇ ਕੋਲ ਸਮਾਂ ਘੱਟ ਹੈਗਾ। ਬੇਗਾਨਗੀ ਦੀ ਭਾਵਨਾ ਇਸੇ ਕਰਕੇ ਹੀ ਪ੍ਰਚੰਡ ਹੁੰਦੀ ਹੈ। ਰਮੇਸ਼ਿੰਦਰ ਸਿੰਘ ਜੀ, ਇੱਕ ਆਖਰੀ ਸਵਾਲ, ਜਿਸ ਤਰ੍ਹਾਂ ਤੁਸੀਂ ਟਰੁੱਥ ਕਮਿਸ਼ਨ ਦੀ ਵੀ ਗੱਲ ਕੀਤੀ ਹੈ, ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਜਦੋਂ ਇਸ ਸਾਰੇ ਵਰਤਾਰੇ ਨੂੰ ਅਸੀਂ ਦੇਖਦੇ ਹਾਂ, ਇਸ ਸਭ ਦੇ ਲਈ ਜੇਕਰ ਕਿਸੇ ਧਿਰ ਨੂੰ ਅਸੀਂ ਜ਼ਿੰਮੇਵਾਰ ਮੰਨਣਾ ਹੁੰਦਾ ਤਾਂ ਅਸੀਂ ਵਾਰ-ਵਾਰ ਇਹ ਕਹਿੰਦੇ ਹਾਂ ਕਿ ਕੇਂਦਰ ਸਰਕਾਰ ਦੀ ਬਦਨੀਤੀ ਸੀਗੀ, ਉਹ ਜ਼ਿੰਮੇਵਾਰ ਸੀਗੇ। ਪਰ ਕਿਤੇ ਨਾ ਕਿਤੇ ਠੀਕਰਾ ਵਾਰ-ਵਾਰ ਪੰਜਾਬ ਤੇ ਭੰਨਿਆ ਹੀ ਜਾਂਦਾ ਹੈ ਕਿ ਪੰਜਾਬ ਦੀ ਅਫਸਰਸ਼ਾਹੀ, ਪੰਜਾਬ ਦੀ ਸਰਕਾਰ, ਪੰਜਾਬ ਦੇ ਕੁਝ ਲੋਕ ਅਜਿਹੇ ਸੀ ਜਿਹੜੇ ਇਸ ਸਾਰੇ ਵਰਤਾਰੇ ਦੇ ਵਿੱਚ ਸ਼ਾਮਲ ਸੀ। ਇਹਦੇ ਬਾਰੇ ਤੁਸੀਂ ਕੀ ਕਹੋ? ਨਹੀਂ, ਇਸ ਤਰ੍ਹਾਂ ਜੀ ਕਿ
ਇਹ ਤਾਂ ਫਿਰ ਜੇ ਟਰੁੱਥ ਕਮਿਸ਼ਨ ਬਣੇ ਤੇ ਤਦੇ ਤਾਂ ਹੀ ਸੱਚੀ ਸਾਫ਼ ਗੱਲਾਂ ਹੋਏਗਾ। ਸਾਰੀਆਂ ਨਹੀਂ, ਮੈਂ ਇਸੇ ਲਈ ਕਹਿ ਰਿਹਾ ਨਾ ਕਿ ਵਾਰ-ਵਾਰ ਇਹ ਜਿਸ ਚੀਜ਼ਾਂ ਤਰ੍ਹਾਂ- ਕਹੀ ਜਾਂਦੀ ਕਿ ਕੇਂਦਰ ਸਰਕਾਰ ਇਕੱਲੀ ਨਹੀਂ ਕਰ ਸਕਦੀ, ਇਹਨੂੰ ਪੂਰਾ ਭਰੋਸੇ 'ਚ ਲਿਆ ਜਿਸ ਗਿਆ ਤਰ੍ਹਾਂ ਅਫਸਰਸ਼ਾਹੀ ਨੂੰ ਔਰ ਸਰਕਾਰ ਨੂੰ। ਜਿਸ ਤਰ੍ਹਾਂ ਕਿ ਹੁਣੀ ਸਾਹ ਸਾਹਿਬ ਨੇ ਦੱਸਿਆ, ਫॉर एग्जांपल ਡੈਥਸ ਦੀ ਫਿਗਰ ਹੈ, ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਹੈ ਉਹ 717 ਬਾਡੀਜ਼ ਜਿਹੜੀਆਂ ਨੇ ਸਿਵਲੀਅਨ ਜਿਹੜੀਆਂ ਨੇ ਦਰਬਾਰ ਸਾਹਿਬ ਤੋਂ, ਉਹ 6 7 ਔਰ ਕੁਝ ਇੱਕ 8 ਤਰੀਕ ਨੂੰ ਉੱਥੋਂ ਗਈਆਂ। ਦੋ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਕ੍ਰਿਮੇਸ਼ਨ ਗਰਾਊਂਡਸ ਨੇ, ਬਾਬਾ ਸ਼੍ਰੀ ਗੁਰਦੁਆਰਾ ਸਾਹਿਬ ਦੀਪ ਸਿੰਘ ਸ਼ਹੀਦਾਂ ਦਾ, ਉਹਨਾਂ ਦੇ ਨਾਲ ਹੈ ਕ੍ਰਿਮੇਸ਼ਨ ਗਰਾਊਂਡ, ਇੱਕ ਦੁਰਗਿਆਨਾ ਟੈਂਪਲ ਦੇ ਨਾਲ ਹੈ। ਜੇ ਕ੍ਰਿਮੇਸ਼ਨ ਦਾ ਉਸ ਟਾਈਮ ਦਾ ਰਿਕਾਰਡ ਦੇਖੀਏ ਤਾਂ ਸ਼ਹੀਦਾਂ ਵਾਲੇ ਗੁਰਦੁਆਰੇ 'ਚ ਦੇ ਨਾਲ ਜਿਹੜਾ ਕ੍ਰਿਮੇਸ਼ਨ ਹੈ ਉੱਥੇ 763 ਬਾਡੀਜ਼ ਦਾ ਸੰਸਕਾਰ ਹੋਇਆ, ਤੇ ਦੁਰਗਿਆਨਾ ਮੰਦਿਰ ਦੇ ਨਾਲ ਜਿਹੜਾ ਹੈ ਉਹ 20 ਬਾਡੀਜ਼ ਦਾ ਸੰਸਕਾਰ ਹੋਇਆ। ਇਹ 783 ਟੋਟਲ ਬਣ ਜਾਂਦੇ ਨੇਗੇ। ਇਸ ਤੋਂ ਇਲਾਵਾ ਜੇ ਅਸੀਂ ਦੇਖੀਏ SGPC ਦਾ ਸਾਥ ਸਾਹਿਬ ਜ਼ਿਆਦਾ ਦੱਸ ਸਕਣਗੇ, ਮੇਰੀ ਇਨਫੋਰਮੇਸ਼ਨ ਕੁਝ ਇੱਕ ਸਾਲ ਪੁਰਾਣੀ ਹੈ, ਕਿਉਂਕਿ SGPC ਨੇ ਜੋ ਅੰਦਰ ਸ਼ਹੀਦ ਹੋਏ ਉਹਨਾਂ ਨੂੰ ਰਿਲੀਫ ਦਿੱਤਾ, ਉਹਨਾਂ ਦੇ ਪਰਿਵਾਰਾਂ ਨੂੰ, ਤਾਂ 714 ਪਰਿਵਾਰਾਂ ਨੇ ਉੱਥੋਂ ਰਿਲੀਫ ਜੋ ਸੀ ਅਵੇਲ ਕੀਤਾ। ਸੋ ਹੁਣ ਇਹ ਐਗਜ਼ੈਕਟ ਫਿਗਰ ਕੀ ਹੈ, ਰੀਕਨਸੀਲੀਏਸ਼ਨ ਕਰਨ ਦੀ ਲੋੜ ਹੈ। ਲਾਇਬ੍ਰੇਰੀ ਤੁਸੀਂ ਗੱਲ ਕੀਤੀ, ਆਪਰੇਸ਼ਨ ਤੋਂ ਬਾਅਦ ਫੌਜ ਵੱਲੋਂ ਵੱਖ-ਵੱਖ ਬੋਰਡ ਬਣੇ ਸੀਗੇ, ਬੋਰਡ ਆਫ ਇਨਕੁਆਇਰੀ, ਉਹਨਾਂ ਨੇ ਲਾਇਬ੍ਰੇਰੀ ਦਾ ਵੀ ਇੱਕ ਬੋਰਡ ਆਫ ਇਨਕੁਆਇਰੀ ਬਣਾਇਆ ਸੀਗਾ। ਉਹਦੇ ਵਿੱਚ 2 SGPC ਦੇ ਮੈਂਬਰਸ ਸ਼ਾਮਲ ਸਨ, ਇੱਕ ਐਗਜ਼ੈਕਟਿਵ ਮੈਜਿਸਟ੍ਰੇਟ ਸ਼ਾਮਲ ਸੀਗਾ। ਉਸ ਦੇ ਵਿੱਚ ਜੋ ਰਿਕਾਰਡ ਬਚਿਆ ਲਾਇਬ੍ਰੇਰੀ ਦੇ ਵਿੱਚ, ਉਹਦੀ ਪੂਰੀ ਲਿਸਟ ਬਣੀ, ਲੇਕਿਨ ਉਸ ਦੀ ਰਿਪੋਰਟ ਦੇ ਵਿੱਚ ਇਹ ਆਇਆ ਕਿ ਅੱਗ ਲੱਗੀ ਅੰਦਰ, ਉਹ ਕਿੱਦਾਂ ਲੱਗੀ, ਕਿਉਂ ਲੱਗੀ, ਇਹ ਸਾਰੇ ਇਸ਼ੂਜ਼ ਜਿਹੜੇ ਨੇਗੇ ਅਨਸੈਟਲਡ ਇਸ਼ੂਜ਼ ਨੇ। ਇਹ ਸਭ ਮੰਗਦੇ ਨੇ ਕਿ ਸੱਚਾਈ ਬਾਹਰ ਆਣੀ ਚਾਹੀਦੀ, ਸੱਚਾਈ ਬਾਹਰ ਆਣੀ ਚਾਹੀਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਰਮੇਸ਼ਿੰਦਰ ਸਿੰਘ ਜੀ ਔਰ ਹਰਚਰਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਅੰਤ ਦੇ ਵਿੱਚ ਗੱਲ ਇਹ ਹੈ ਕਿ ਦੁਖਾਂਤ ਬਹੁਤ ਵੱਡਾ ਹੈ ਔਰ ਇਹ ਦੁਖਾਂਤ ਕਦੇ ਭੁਲਾਇਆ ਨਹੀਂ ਜਾ ਸਕਦਾ, ਔਰ ਨਾ ਹੀ ਜਿਹੜੇ ਜ਼ਖਮ ਨੇ ਉਹਨਾਂ ਦੀ ਟੀਸ ਕਦੇ ਘੱਟ ਹੋ ਸਕਦੀ ਹੈ। ਪਰ ਵਾਕਈ ਕੌਮ ਜਿਹੜੀ ਹੈ ਉਹ ਇਨਸਾਫ ਜ਼ਰੂਰ ਮੰਗਦੀ ਹੈ ਔਰ ਕੌਮ ਸੱਚਾਈ ਜ਼ਰੂਰ ਮੰਗਦੀ ਹੈ ਕਿ ਇਸ ਪਿੱਛੇ ਸੱਚਾਈ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਆਣੀ ਚਾਹੀਦੀ ਹੈ। ਔਰ ਇੱਕ ਟਰੁੱਥ ਕਮਿਸ਼ਨ ਦੀ ਜਿਹੜੀ ਡਿਮਾਂਡ ਹੈਗੀ ਹੈ ਕੌਮ ਵੱਲੋਂ ਉੱਠੀ ਹੈ, ਉਹ ਟਰੁੱਥ ਕਮਿਸ਼ਨ ਬਣੇ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।